ਲੋਕਾਂ ਨੇ ਫਿਰ ਇੱਕ ਬਦਲ ਦੇ ਵਜੋਂ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਆ ਬਹੁਤ ਵੱਡੇ ਬਹੁਮਤ ਦੇ ਨਾਲ। ਨਵੀਂ ਸਰਕਾਰ ਬਣਨ ਤੋਂ ਬਾਅਦ ਕੁਝ ਐਲਾਨ ਤਾਂ ਹੋਏ ਨੇ, ਲੇਕਿਨ ਜਿਹੜੀਆਂ ਮੇਜਰ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦੇ ਉੱਤੇ ਕੋਈ ਅਜੇ ਕੰਕਰੀਟ ਐਕਸ਼ਨ ਨਹੀਂ ਹੋਇਆ। ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹਦਾ ਬਹੁਤ ਬੁਰਾ ਹਾਲ ਹੈ। ਨਵੀਂ ਸਰਕਾਰ ਨੂੰ ਅੱਜ ਵੀ ਕੰਮ ਕਰਨ ਵਾਸਤੇ ਨਵਾਂ ਕਰਜ਼ਾ ਲੈਣਾ ਪੈ ਰਿਹਾ ਤੇ ਇਸ ਕਰਕੇ ਨਾ ਤਾਂ ਰੁਜ਼ਗਾਰ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ, ਨਾ ਖੇਤੀ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ ਤੇ ਨਾ ਹੀ ਵਿਦਿਆ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ, ਨਾ ਜਿਹੜੀਆਂ ਸਿਹਤ ਸੇਵਾਵਾਂ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ। ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੁਝ ਲੋਕੀ ਇਤਰਾਜ਼ ਕਰ ਰਹੇ ਨੇ ਕਿ ਜਿਹੜੀ ਜਨਰਲ ਕੈਟਾਗਰੀ ਆ ਉਹਦੇ ਨਾਲ ਵਧੀਕੀ ਆ, ਐਲਾਨ ਕੁਝ ਹੋਰ ਕੀਤੇ ਸੀ ਤੇ ਇੰਪਲੀਮੈਂਟ ਕੁਝ ਹੋਰ ਹੋ ਰਿਹਾ। ਤੇ ਪੰਜਾਬ ਤੇ ਕਦੀ ਇਦਾਂ ਸੋਚਦਾ ਨਹੀਂ ਕਿ ਕੌਣ ਕਿਸ ਤਰ੍ਹਾਂ ਆ। ਇਕਨੋਮਿਕਲੀ ਜ਼ਰੂਰ ਅਸੀਂ ਸਾਰੇ ਹੀ ਪਛੜੇ ਹੋਏ ਆ। ਬਿਜਲੀ ਦਾ ਮੁੱਦਾ ਹੈ ਜਿਹਦੇ 'ਚ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਐਸਸੀ ਨੇ ਉਹਨਾਂ ਦੇ ਬਿੱਲ ਮਾਫ ਹੋਣਗੇ ਤੇ ਨਾਨ ਐਸਸੀ ਨੂੰ ਬਿੱਲ ਦੇਣੇ ਪੈਣਗੇ। ਇਹ ਮੈਂ ਸਮਝਦਾ ਕਿ ਗੈਰ ਵਾਜਬ ਹੈ। ਡਾਕਟਰ ਸਾਹਿਬ, ਜਿਹੜਾ ਬਹੁਤ ਵੱਡਾ ਕਰਜ਼ਾ ਆ ਪੰਜਾਬ ਦੇ ਸਿਰ, ਕੇਜਰੀਵਾਲ ਨੇ ਇਲੈਕਸ਼ਨ ਦੇ ਦੌਰਾਨ ਕਿਹਾ ਸੀਗਾ ਕਿ ਸਾਡੇ ਕੋਲ ਪਹਿਲਾਂ ਅਸੀਂ ਇਸ 'ਤੇ ਹੋਮਵਰਕ ਕੀਤਾ ਹੋਇਆ ਕਿ ਇੰਨੇ 1000 ਕਰੋੜ ਰੁਪਈਆ ਅਸੀਂ ਰੇਤ ਦੇ ਤੋਂ ਰੋਕ ਲੈਣਾ, ਇੰਨਾ ਹੀ ਭ੍ਰਿਸ਼ਟਾਚਾਰ ਰੋਕ ਕੇ ਜਿਹੜੀ ਲੀਕੇਜ ਹੋ ਰਹੀ ਹੈ ਚੀਜ਼ਾਂ ਦੀ ਉਹ ਤੋਂ ਕਰ ਲੈਣਾ ਹੈ। ਇਹਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਨੂੰ ਪੋਲੀਟੀਕਲ ਬੰਦਿਆਂ ਨੂੰ ਐਕਸਪਰਟਸ ਦੀ ਮਦਦ ਦੇ ਨਾਲ ਤੇ ਬਿਊਰੋਕ੍ਰੇਸੀ ਦੀ ਮਦਦ ਦੇ ਨਾਲ ਸੋਚ ਵਿਚਾਰ ਕਰਕੇ ਨੀਤੀਗਤ ਫੈਸਲੇ ਲੈਣੇ ਚਾਹੀਦੇ ਜਿਹੜੇ ਅਜੇ ਤੱਕ ਨਜ਼ਰ ਨਹੀਂ ਆਉਂਦੇ। ਜਦੋਂ ਕਾਫ ਦੀ ਜੰਗ ਲੱਗੀ ਸੀ ਤੇ ਪ੍ਰਧਾਨ ਮੰਤਰੀ ਦੀ ਇੱਕ ਅਪੀਲ ਤੇ ਲੋਕਾਂ ਨੇ ਗਹਿਣੇ ਲਾ ਕੇ ਆਪਣੇ ਦੇ ਦਿੱਤੇ ਸੀਗੇ। ਪੰਜਾਬ ਨੂੰ ਬਚਾਉਣ ਦਾ ਦਾਅਵਾ ਕਰਨ ਵਾਲੇ ਜਿਹੜੇ ਲੋਕ ਨੇ ਬਹੁਤ ਨੇ। ਜਿਹੜੀ ਪੰਜਾਬ ਦੀ ਟੈਕਸ ਸਟੇਟ ਇਨਕਮ ਦੀ ਰੇਸ਼ੋ ਹੈ 6% ਹੈ ਤੇ ਨੈਸ਼ਨਲ ਲੈਵਲ ਤੇ 8.5-9% ਹੈ ਤੇ ਜੇ ਅਸੀਂ ਇਹਨੂੰ ਠੀਕ ਕਰ ਲਈਏ ਤਾਂ ਇਹ ਗਹਿਣੇ ਗੁਣੇ ਕਿਸੇ ਤੋਂ ਲੈਣ ਦੀ ਲੋੜ ਨਹੀਂ ਹੈ। ਇਹ ਨੀਅਤ ਸਾਫ਼ ਕਰਕੇ ਜੇ ਕੰਮ ਕਰ ਲਈਏ ਤਾਂ ਪੰਜਾਬ ਆਪਣੇ ਆਪ ਇਹ ਚੀਜ਼ਾਂ ਕਰਨ ਦੇ ਸਮਰੱਥ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਸ਼ਾਮ ਦੇ ਸਮੇਂ ਅੱਜ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ ਜੀ। ਅਰਥ ਸ਼ਾਸਤਰ ਦੇ ਬਾਰੇ ਗੱਲ ਕਰਨ ਲਈ ਮੇਰੇ ਖਿਆਲ 'ਚ ਸਾਡੇ ਸਮਿਆਂ 'ਚ ਡਾਕਟਰ ਸੁੱਚਾ ਸਿੰਘ ਗਿੱਲ ਤੋਂ ਵੱਡੀ ਹਸਤੀ ਸ਼ਾਇਦ ਹੀ ਕੋਈ ਹੋਵੇ। ਪ੍ਰਸਿੱਧ ਅਰਥ ਸ਼ਾਸਤਰੀ ਨੇ ਔਰ ਲੋਕ ਪੱਖੀ ਅਰਥ ਸ਼ਾਸਤਰ। ਵੈਸੇ ਤਾਂ ਵਿਦਿਆ ਆਪਾਂ ਸਾਰੇ ਲੈਂਦੇ ਹਾਂ, ਵਿਦਿਆ ਨੂੰ ਕਿਸ ਤਰ੍ਹਾਂ ਲੋਕਾਂ ਦੇ ਪੱਖ 'ਚ ਭੁਗਤਾਉਣਾ ਇਹ ਸਿੱਖਣ ਲਈ ਸ਼ਾਇਦ ਡਾਕਟਰ ਗਿੱਲ ਹੋਰਾਂ ਦੇ ਕੋਲ ਜਾਣਾ ਪਏਗਾ। ਤੇ ਅੱਜ ਡਾਕਟਰ ਗਿੱਲ ਹੋਰਾਂ ਨਾਲ ਅਸੀਂ ਗੱਲਾਂ ਕਰਨੀਆਂ ਨੇ। ਪੰਜਾਬ ਇੱਕ ਬੜੇ ਲੰਬੇ ਸੰਘਰਸ਼ ਦੇ ਦੌਰ 'ਚੋਂ ਨਿਕਲਿਆ, ਉਸ ਤੋਂ ਬਾਅਦ ਬੜਾ ਕੁਝ ਬਦਲ ਗਿਆ ਪੰਜਾਬ ਦਾ। ਪੰਜਾਬ 'ਚ ਸਰਕਾਰਾਂ ਬਦਲ ਗਈਆਂ, ਵੱਡੇ ਵੱਡੇ ਧਰੰਤਰ ਢਹਿ ਢੇਰੀ ਹੋ ਗਏ, ਲੋਕ ਚੇਤਨਾ ਵਿੱਚ ਅਥਾਹ ਵਾਧਾ ਹੋਇਆ, ਪਰ ਪੰਜਾਬ ਫਿਰ ਉੱਥੇ ਦਾ ਉੱਥੇ ਖੜਾ। ਬਹੁਤ ਸਾਰੀਆਂ ਗੱਲਾਂ ਦੇ ਉੱਤੇ ਫਿਰ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਗਿਆ ਤੇ ਡਾਕਟਰ ਸਾਹਿਬ ਕੋਲੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਮੌਜੂਦਾ ਦੌਰ ਵਿੱਚ ਕਿੱਥੇ ਆ, ਇਹਦੇ ਚੋਂ ਕਿਸ ਤਰ੍ਹਾਂ ਬਾਹਰ ਆਏਗਾ ਤੇ ਕੀ ਸਾਨੂੰ ਕਰਨਾ ਜਿਹੜਾ ਉਹ ਜ਼ਰੂਰੀ ਆ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਖਰਜੀਤ, ਮੇਰੇ ਵੱਲੋਂ ਤੁਹਾਨੂੰ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ਾਮਲ ਕਰਨ ਲਈ। ਹਾਂਜੀ ਡਾਕਟਰ ਸਾਹਿਬ, ਅਸਲ ਦੇ ਵਿੱਚ ਕਾਫੀ ਲੇਟ ਹੈ, ਅਸੀਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਨੇ, ਤੁਹਾਡੇ ਕੋਲੋਂ ਬਹੁਤ ਕੁਝ ਅਸੀਂ ਜਾਣਨਾ ਚਾਹ ਰਹੇ ਸੀਗੇ ਕਿ ਪੰਜਾਬ ਇੱਕ ਬੜੇ ਸੰਘਰਸ਼ਮਈ ਦੌਰ ਚੋਂ ਨਿਕਲ ਕੇ ਵਾਪਸ ਆਪਣੇ ਘਰਾਂ ਨੂੰ ਪਰਤੇ ਨੇ ਕਿਸਾਨ, ਔਰ ਕਿਸਾਨ ਮੂਵਮੈਂਟ ਨੇ ਇੱਕ ਜਿਹੜੀ ਚੇਤਨਾ ਜਾਗਰਤੀ ਪੈਦਾ ਕੀਤੀ, ਲੋਕਾਂ ਨੂੰ ਇੱਕ ਵਾਰੀ ਇਹ ਅਹਿਸਾਸ ਕਰਾ ਦਿੱਤਾ ਕਿ ਜਿਹੜੇ ਪੋਲੀਟੀਸ਼ੀਅਨ ਨੇ ਇਹ ਲੋਕ ਜਿਹੜੇ ਆ ਇਹ ਤੁਹਾਡੇ ਹਿੱਤ 'ਚ ਨਹੀਂ, ਤੁਹਾਡਾ ਕਦੀ ਭਲਾ ਨਹੀਂ ਸੋਚਦੇ, ਇਹ ਸਿਰਫ ਆਪਣਾ ਭਲਾ ਸੋਚਦੇ ਆ। ਸੋ ਲੋਕ ਜਿਹੜੇ ਆ ਉਹ ਕਾਫੀ ਚੇਤਨ ਹੋਏ, ਲੋਕਾਂ ਨੇ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਜਿਹੜੇ ਟ੍ਰੈਡੀਸ਼ਨਲ ਰਾਜਨੀਤੀਵਾਨ ਸਨ ਉਹਨਾਂ ਕੋਲ ਨਹੀਂ। ਲੋਕਾਂ ਨੇ ਫਿਰ ਇੱਕ ਬਦਲ ਦੇ ਵਜੋਂ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਆ ਬਹੁਤ ਵੱਡੇ ਬਹੁਮਤ ਦੇ ਨਾਲ। ਪਰ ਸਵਾਲ ਅਜੇ ਉੱਥੇ ਦੇ ਉੱਥੇ ਖੜੇ ਆ। ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹਦਾ ਬਹੁਤ ਬੁਰਾ ਹਾਲ ਹੈ। ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਮੈਨੂੰ ਓਵਰਵਿਊ ਜਿਹਾ ਦੇ ਦਿਓ ਕਿ ਕਿਸ ਤਰ੍ਹਾਂ ਦੇ ਹਾਲਾਤ 'ਚ ਆਪਾਂ ਇਸ ਵੇਲੇ ਲੰਘ ਰਹੇ, ਤੁਸੀਂ ਕੀ ਦੇਖਦੇ ਹੋ, ਫਿਰ ਆਪਾਂ ਹੋਰ ਕੁਝ ਇੱਕ ਕੁਐਸਚਨ ਤੁਹਾਡੇ ਕੋਲੋਂ ਜ਼ਰੂਰ ਪੁੱਛਾਂਗੇ ਜੀ। ਇਸ ਤਰ੍ਹਾਂ ਹੈ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਕੁਝ ਐਲਾਨ ਤਾਂ ਹੋਏ ਨੇ, ਲੇਕਿਨ ਜਿਹੜੀਆਂ ਮੇਜਰ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦੇ ਉੱਤੇ ਕੋਈ ਅਜੇ ਕੰਕਰੀਟ ਐਕਸ਼ਨ ਨਹੀਂ ਹੋਇਆ। ਪਹਿਲੀ ਗੱਲ ਤੇ ਆ ਕਿ ਪੰਜਾਬ ਦੀ ਪ੍ਰੈਜ਼ੈਂਟ ਮੌਜੂਦਾ ਸਰਕਾਰ ਨੇ
2,82,000 ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਇਨਹੈਰਿਟ ਕੀਤਾ ਹੈ। ਔਰ ਉਹ ਕਰਜ਼ਾ ਜਿਹੜਾ ਹੈ ਉਹਦਾ ਹਰ ਸਾਲ ਕਾਫੀ ਵੱਡਾ 20-25,000 ਕਰੋੜ ਰੁਪਇਆ ਵਿਆਜ ਦੇ ਵਿੱਚ ਤੇ ਮੂਲ ਮੋੜਨ ਦੇ ਵਿੱਚ ਲੱਗ ਜਾਂਦਾ ਹੈ। ਤੇ ਨਵੀਂ ਸਰਕਾਰ ਨੂੰ ਅੱਜ ਵੀ ਕੰਮ ਕਰਨ ਵਾਸਤੇ ਨਵਾਂ ਕਰਜ਼ਾ ਲੈਣਾ ਪੈ ਰਿਹਾ ਤੇ ਇਸ ਕਰਕੇ ਨਾ ਤਾਂ ਰੁਜ਼ਗਾਰ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ, ਨਾ ਖੇਤੀ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ, ਤੇ ਨਾ ਹੀ ਵਿਦਿਆ ਦੇ ਫਰੰਟ 'ਚ ਕੋਈ ਤਬਦੀਲੀ ਹੋਈ ਹੈ, ਨਾ ਜਿਹੜੀਆਂ ਸਿਹਤ ਸੇਵਾਵਾਂ ਦੇ ਫਰੰਟ 'ਤੇ ਕੋਈ ਤਬਦੀਲੀ ਹੋਈ ਹੈ। ਤੋ ਕਿਸਾਨਾਂ ਦੀਆਂ ਖੁਦਕਸ਼ੀਆਂ ਜਾਰੀ ਨੇ। ਹਰ ਰੋਜ਼ ਤੁਹਾਨੂੰ ਅਖਬਾਰਾਂ 'ਚ 2-4 ਇਹੋ ਜਿਹੇ ਕੇਸ ਮਿਲ ਜਾਂਦੇ ਨੇ ਜਿਹਦੇ 'ਚ ਜਿਹੜੇ ਕਿਸਾਨ ਨੇ ਉਹ ਕਿਸੇ ਦੀ ਫਸਲ ਖਰਾਬ ਹੋ ਗਈ, ਕਿਸੇ ਦਾ ਝਾੜ ਘਟ ਗਿਆ ਔਰ ਕਿਸੇ ਨੂੰ ਬੈਂਕ ਦੇ ਵੱਲੋਂ ਨੋਟਿਸ ਆ ਗਿਆ, ਉਸ ਕਰਕੇ ਖੁਦਕਸ਼ੀਆਂ ਕਰ ਰਹੇ ਨੇ। ਸੋ ਪੰਜਾਬ ਜਿਹੜਾ ਬੈਕ ਟੂ ਅਰਲੀਅਰ ਪੋਜੀਸ਼ਨ ਜਿਹੜੇ ਕਾਨੂੰਨ ਪਾਸ ਹੋਏ ਸੀਗੇ ਜਿਨ੍ਹਾਂ ਨੂੰ ਕਿਸਾਨਾਂ ਨੇ ਵਾਪਸ ਕਰਾਇਆ, ਉਸ ਸਥਿਤੀ ਵਿੱਚ ਪਹੁੰਚ ਗਿਆ। ਤੇ ਅਜੇ ਕੋਈ ਨਵੇਂ ਇਨੀਸ਼ੀਏਟਿਵ ਜਿਹੜੇ ਨੇ, ਨਵੇਂ ਸ਼ੁਰੂਆਤੀ ਪ੍ਰੋਗਰਾਮ ਜਿਹੜੇ ਨੇ ਨਵੀਂ ਸਰਕਾਰ ਨੇ ਅਜੇ ਆਰੰਭੇ ਨਹੀਂ। ਤੇ ਕੁਝ ਲੋਕ ਸੋਚਦੇ ਨੇ ਕਿ ਇਹਨਾਂ ਨੂੰ ਕੁਝ ਸਮਾਂ ਦੇਣਾ ਚਾਹੀਦਾ 3-4 ਮਹੀਨਿਆਂ ਦਾ, ਤਾਂ ਕਿ ਇਹ ਵਿਧੀਵਤ ਤਰੀਕੇ ਦੇ ਨਾਲ ਕੋਈ ਤਬਦੀਲੀ ਕਰ ਸਕਣ। ਪਰ ਨਾਲ ਦੀ ਨਾਲ ਇਹ ਕਨਫਰੰਟੇਸ਼ਨ ਜਿਹੜੀ ਹੈ ਕਿਸਾਨਾਂ ਵਿੱਚ ਤੇ ਸਰਕਾਰ ਦੇ ਵਿੱਚ ਜਦ ਬਣਦੇ ਅਸਾਰ ਬਣਦੇ ਜਾ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਖਬਰਾਂ ਆ ਰਹੀਆਂ ਨੇ, ਜਿਹੜੇ ਪੁਰਾਣੇ ਕਰਜ਼ੇ ਨੇ ਕਿਸਾਨਾਂ ਦੇ ਸਿਰ ਦੇ ਉੱਤੇ, ਉਹਨਾਂ ਦੇ ਕਰਜ਼ੇ ਵੱਧ ਗਏ ਕਿਉਂਕਿ ਪਿਛਲੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਾਰੇ ਕਰਜ਼ੇ ਮਾਫ ਕਰ ਦਾਂਗੇ। ਇਸ ਕਰਕੇ ਕਿਸਾਨਾਂ ਨੇ ਜਿਹੜੇ ਅੱਗੇ ਜਮ੍ਹਾਂ ਵੀ ਕਰਾਉਂਦੇ ਸੀ ਉਹਨਾਂ ਨੇ ਆਪਣੇ ਕਰਜ਼ੇ ਵਾਪਸ ਨਹੀਂ ਕੀਤੇ ਤੇ ਉਹ ਹੁਣ ਡਿਫਾਲਟਰ ਦੀ ਲਿਸਟ 'ਚ ਆ ਗਏ ਤੇ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਨੇ, ਜਿਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਖਾਸ ਕਰਕੇ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਹੈ ਕਿ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਹ ਬਿਲਕੁਲ ਗਲਤ ਨੇ ਤੇ ਅਗਰ ਇਸ ਤਰ੍ਹਾਂ ਹੀ ਰਿਹਾ ਤੇ ਅਸੀਂ ਦੁਬਾਰਾ ਇੱਕ ਅੰਦੋਲਨ ਵੱਡਾ ਛੇੜਾਂਗੇ, ਸੜਕਾਂ ਤੇ ਆਵਾਂਗੇ। ਸੋ ਕੀ ਕਾਰਨ ਹੈ? ਹਾਲਾਂਕਿ ਚੀਮਾ ਸਾਹਿਬ ਨੇ ਕਹਿ ਦਿੱਤਾ, ਫਾਈਨੈਂਸ ਮਿਨਿਸਟਰ ਨੇ, ਕਿ ਪਿਛਲੀ ਸਰਕਾਰ ਦੇ ਵੇਲੇ ਦੀ ਬਣਾਈ ਹੋਈ ਪਾਲਿਸੀ ਆ, ਅਸੀਂ ਉਹ 'ਚ ਕੋਈ ਚੇਂਜ ਨਹੀਂ ਕੀਤੀ ਤੇ ਹੁਣ ਅਸੀਂ ਯਕੀਨੀ ਬਣਾਵਾਂਗੇ ਕਿ ਕਿਸਾਨਾਂ ਨੂੰ ਜਿਹੜਾ ਕੋਈ ਅਰੈਸਟ ਵਾਰੰਟ ਲੈ ਕੇ ਨਾ ਜਾਵੇ ਅਫਸਰ। ਸੋ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਇੱਕ ਅਸੀਂ ਬੜੀ ਵੱਡੀ ਜਿੱਤ ਸਮਝ ਰਹੇ ਸੀਗੇ, ਪਹਿਲੀ ਵੱਡੀ ਜਿੱਤ ਕਿ ਉਹ ਕਾਲੇ ਕਾਨੂੰਨ ਵਾਪਸ ਕਰਾਉਣਾ, ਤੇ ਉਸ ਤੋਂ ਬਾਅਦ ਪੰਜਾਬੀਆਂ ਦੀ ਇੱਕ ਵੱਡੀ ਹੋਰ ਜਿੱਤ ਕਿ ਨਵੀਂ ਪਹਿਲ ਕਰਕੇ ਨਵੇਂ ਲੋਕਾਂ ਨੂੰ ਮੌਕਾ ਦੇਣਾ, ਤੇ ਉਹਦੇ ਬਾਅਦ ਵੀ ਅਗਰ ਪੰਜਾਬ ਨਾ ਸਿਰਫ ਆਰਥਿਕ ਪੱਖੋਂ ਸਗੋਂ ਜਿਹੜਾ ਸਮਾਜਿਕ ਤਾਣਾ ਬਾਣਾ ਉਲਝਿਆ ਹੋਇਆ, ਹੋਰ ਵੀ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਨੇ ਜਿਹੜੀਆਂ ਹੁਣ ਜਾਤ ਪਾਤ ਨੂੰ ਲੈ ਕੇ ਸ਼ੁਰੂ ਹੋ ਗਈਆਂ। ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੁਝ ਲੋਕੀ ਇਤਰਾਜ਼ ਕਰ ਰਹੇ ਨੇ ਕਿ ਜਿਹੜੀ ਜਨਰਲ ਕੈਟਾਗਰੀ ਆ ਉਹਦੇ ਨਾਲ ਵਧੀਕੀ ਆ, ਐਲਾਨ ਕੁਝ ਹੋਰ ਕੀਤੇ ਸੀ ਤੇ ਇੰਪਲੀਮੈਂਟ ਕੁਝ ਹੋਰ ਹੋ ਰਿਹਾ। ਤੇ ਪੰਜਾਬ ਤੇ ਕਦੀ ਇਦਾਂ ਸੋਚਦਾ ਨਹੀਂ ਕਿ ਕੌਣ ਕਿਸ ਤਰ੍ਹਾਂ ਆ। ਇਕਨੋਮਿਕਲੀ ਜ਼ਰੂਰ ਅਸੀਂ ਸਾਰੇ ਹੀ ਪਛੜੇ ਹੋਏ ਆ, ਤੇ ਜੇ ਜਾਤ ਪਾਤ ਵਾਲਾ ਆਧਾਰ ਜਿਹੜਾ ਵਾ ਉਹ ਕਿੱਥੋਂ ਤੱਕ ਠੀਕ ਹੈ, ਤੇ ਕੀ ਸਰਕਾਰ ਜਿਹੜੀ ਆ ਉਹਦੀ ਨੀਤੀ ਜਿਹੜੀ ਹੈ ਮੌਜੂਦਾ ਸਰਕਾਰ ਦੀ, ਉਹ ਤੁਹਾਨੂੰ ਕੀ ਲੱਗ ਰਹੀ ਆ ਕਿ ਰਾਹਤ ਕੋਈ ਪਹੁੰਚੇਗੀ ਜਾਂ ਸਿਰਫ ਇਹ ਪਿਛਲੀ ਸਰਕਾਰ ਦੀ ਤਰ੍ਹਾਂ ਲਿਫਾਫੇਬਾਜ਼ੀ ਜਾਂ ਲਿਪ ਸਿੰਮਥੀ ਰਹੇਗੀ? ਪਹਿਲੀ ਗੱਲ ਤੇ ਆ ਕਿ ਸਰਕਾਰ ਬਣੀ ਨੂੰ ਕੋਈ 1.25 ਮਹੀਨਾ ਹੋ ਗਿਆ, ਤੇ ਜੇ ਨੋਟਿਸ ਬੈਂਕ ਨੇ ਕੱਢੇ ਨੇ ਲੋਕਾਂ ਨੂੰ ਕਰਜ਼ੇ ਮੋੜਨ ਵਾਸਤੇ, ਤਾਂ ਇਹ ਸਰਕਾਰ ਦੇ ਧਿਆਨ ਵਿੱਚ ਹੋਣੇ ਚਾਹੀਦੇ ਸੀਗੇ ਤੇ ਇਸ ਪੀਰੀਅਡ ਦੇ ਵਿੱਚ ਇਸ ਗੱਲ ਨੂੰ ਇਹਨਾਂ ਨੂੰ ਰੋਕਣਾ ਚਾਹੀਦਾ ਸੀਗਾ ਤੇ ਇਹ ਸਿਚੁਏਸ਼ਨ ਬਣਨੀ ਨਹੀਂ ਚਾਹੀਦੀ। ਦੂਸਰੀ ਗੱਲ ਹੈ ਕਿ ਜਿਹੜੀ ਬਿਜਲੀ ਦਾ ਮੁੱਦਾ ਹੈ, ਜਿਹਦੇ 'ਚ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ SC ਨੇ ਉਹਨਾਂ ਦੇ ਤੇ ਬਿੱਲ ਮਾਫ ਹੋਣਗੇ ਤੇ ਨੌਨ SC ਨੂੰ ਬਿੱਲ ਦੇਣੇ ਪੈਣਗੇ। ਇਹ ਮੈਂ ਸਮਝਦਾ ਕਿ ਗੈਰ ਵਾਜਬ ਹੈ ਤੇ ਇੰਝ ਲੱਗਦਾ ਕਿ ਸਰਕਾਰ ਨੇ ਅਜੇ ਠੀਕ ਤਰ੍ਹਾਂ ਦੇ ਨਾਲ ਸੋਚ ਸਮਝ ਕੇ ਕੰਮ ਕਰਨਾ ਸਿੱਖਿਆ ਨਹੀਂ ਹੈ, ਜੋ ਕਿ ਇਹਨਾਂ ਨੂੰ ਸਿੱਖਣਾ ਚਾਹੀਦਾ, ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਵੱਧ ਜਾਣਗੀਆਂ। ਤੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਉਹ ਉਸ ਤਰ੍ਹਾਂ ਸਟੈਂਡ ਨਹੀਂ ਲੈ ਰਹੀ ਜਾਂ ਬੋਲ ਨਹੀਂ ਪਾ ਰਹੀ ਜਾਂ ਉਹਨਾਂ ਕੋਈ ਇਨੀਸ਼ੀਏਟਿਵ ਨਹੀਂ ਹੈ। ਪਹਿਲਾ ਮੁੱਦਾ ਇਹ ਆ ਕਿ ਜਿਵੇਂ ਹਰਿਆਣਾ ਦਾ ਜਿਹੜਾ ਆਪ ਪਾਰਟੀ ਦਾ ਇੰਚਾਰਜ ਹੈ, ਉਹਨੇ ਬਿਆਨ ਦੇ ਦਿੱਤਾ ਕਿ ਅਸੀਂ SYL ਬਣਾ ਕੇ ਹਰਿਆਣੇ ਦੇ ਹਰ ਪਿੰਡ ਦੇ ਵਿੱਚ ਪੰਜਾਬ ਤੋਂ ਪਾਣੀ ਲਿਜਾ ਕੇ ਵੰਡਾਂਗੇ, ਤੇ ਪੰਜਾਬ ਦਾ ਕੋਈ ਵੀ ਵਿਧਾਇਕ ਜਿਹੜਾ 92 ਚੋਂ ਸਣੇ ਮੁੱਖ ਮੰਤਰੀ ਦੇ ਕੋਈ ਬੋਲਿਆ ਨਹੀਂ ਹੈ। ਸੋ ਇੱਕ ਇਸ ਤਰ੍ਹਾਂ ਦੀ ਗੱਲ ਜਿਹੜੀ ਬਣ ਰਹੀ ਹੈ, ਤੇ ਕੁਝ ਲੋਕ ਕਹਿ ਰਹੇ ਨੇ ਕਿ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਉਹ ਰਬੜ ਸਟੈਂਪ ਨੇ। ਤੋ ਇਹ ਗੱਲ ਠੀਕ ਨਹੀਂ ਹੈ। ਇਹਨਾਂ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੂੰ ਸੋਚ ਸਮਝ ਕੇ ਅੱਗੇ ਤੁਰਨਾ ਚਾਹੀਦਾ ਹੈ ਔਰ ਪੰਜਾਬ ਦੇ ਹਿੱਤਾਂ ਵਾਸਤੇ ਕੰਮ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਹਨਾਂ ਨੇ ਉਲੀਕਣੇ ਨੇ ਉਹਨਾਂ ਨੂੰ ਸੈਕੂਲਰ ਤਰੀਕੇ ਦੇ ਨਾਲ ਬਣਾਉਣਾ ਚਾਹੀਦਾ ਤੇ ਲਾਗੂ ਕਰਨਾ ਚਾਹੀਦਾ। ਭਾਵੇਂ ਗਰੀਬ ਕੋਈ ਐਸਸੀ ਹੈ ਤੇ ਭਾਵੇਂ ਨਾਨ ਐਸਸੀ ਹੈ, ਉਹਨੂੰ 300 ਯੂਨਿਟ ਮਾਫ ਕਰਨੇ ਚਾਹੀਦੇ ਆ। ਯੂਨੀਫਾਰਮ ਪਾਲਿਸੀ ਬਣਨੀ ਚਾਹੀਦੀ ਹੈ। ਤੇ ਇਸ ਸੰਦਰਭ ਦੇ ਵਿੱਚ ਮੈਂ ਸਮਝਦਾ ਕਿ ਹਰ ਦਿਨ ਜਿਹੜਾ ਬੀਤ ਰਿਹਾ ਉਹ ਨੁਕਸਾਨ ਹੋ ਰਿਹਾ। ਇਹਨਾਂ ਨੂੰ ਸੋਚ ਸਮਝ ਕੇ ਪੰਜਾਬ ਦੇ ਹਿੱਤ ਵਿੱਚ ਡੇ ਵਨ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ ਡਾਕਟਰ ਸਾਹਿਬ ਮੈਂ ਤੁਹਾਨੂੰ ਕੋਈ ਜਾਣਨਾ ਚਾਹੁੰਦਾ ਹਾਂ ਕਿ ਨਵੀਂ ਸਰਕਾਰ ਜਿਸ ਉਤਸ਼ਾਹ ਨਾਲ ਬਣਾਈ, ਆਪਾਂ ਲੋਕਾਂ ਸਾਰਿਆਂ ਨੇ, ਬਾਹਰ ਬੈਠੇ NRI ਨੇ ਵੀ ਕਾਫੀ ਉੱਚ ਯੋਗਦਾਨ ਦਿੱਤਾ ਹੈ। ਪਿਛਲੀ ਵਾਰ ਤਾਂ ਖੈਰ ਬਹੁਤ ਜ਼ਿਆਦਾ ਹੀ ਆਪਾਂ ਸੋਚ ਰਹੇ ਸੀਗੇ, ਉਸ ਪੱਧਰ ਤੇ ਸ਼ਾਇਦ ਲੋਕਾਂ ਨੇ ਨਹੀਂ ਐਰਕੀ ਉਹ ਗੱਲ ਕੀਤੀ, ਪਰ ਜਿਸ ਤਰੀਕੇ ਨਾਲ ਆਪਾਂ ਦੇਖਿਆ ਪਿੱਛੇ ਕਿ ਆਪਣੇ ਜਿਹੜੇ ਸਾਡੇ ਸਧਾਰਨ ਲੋਕ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਔਰ ਇਹ ਸਰਕਾਰ ਨੂੰ ਸਪੋਰਟ ਕੀਤਾ। ਮੇਰਾ ਥੋੜਾ ਜਿਹਾ ਧਿਆਨ ਦੂਜੇ ਪਾਸੇ ਹੋ ਗਿਆ ਸੀ, ਕੰਪਿਊਟਰ ਨਾਲ ਕੰਟਰੋਲ ਕਰ ਰਿਹਾ ਮੈਂ ਡਾਕਟਰ ਸਾਹਿਬ। ਤੇ ਉਹ ਇਸ ਤਰ੍ਹਾਂ ਹੋਇਆ ਕਿ ਮੌਜੂਦਾ ਸਰਕਾਰ ਜਿਹੜੀ ਆ, ਜਿਵੇਂ ਤੁਸੀਂ SYL ਦਾ ਮੁੱਦਾ ਆ, ਚੰਡੀਗੜ੍ਹ ਦੇ UT ਵਾਲਾ ਮੁੱਦਾ ਸਾਹਮਣੇ ਆਇਆ, ਭਾਖੜਾ ਮੈਨੇਜਮੈਂਟ ਬੋਰਡ ਦਾ ਇਲੈਕਸ਼ਨ ਦੇ ਦੌਰਾਨ ਹੀ ਆ ਗਿਆ ਸੀਗਾ, ਇਹਨਾਂ ਦੇ ਉੱਤੇ ਇਹਨਾਂ ਨੇ ਸ਼ਾਇਦ ਕੋਈ ਆਪਣੀ ਕਲੀਅਰ ਕੱਟ ਪਾਲਿਸੀ ਜਿਹੜੀ ਉਹ ਨਹੀਂ ਬਣਾਈ। ਬਹੁਤ ਸਾਰੇ ਲੋਕਾਂ ਨੂੰ ਇੱਦਾਂ ਲੱਗਦਾ ਹੈ, ਆਪਾਂ ਸਿਆਸੀ ਪਾਸੇ ਤੁਰ ਪਏ, ਮੈਂ ਤੁਹਾਡੇ ਕੋਲ ਅਰਥਸ਼ਾਸਤਰ ਜ਼ਿਆਦਾ ਸਮਝਣਾ ਹੈ, ਕਿ ਬਹੁਤ ਸਾਰੇ ਲੋਕਾਂ ਨੂੰ ਇੱਦਾਂ ਲੱਗਦਾ ਹੈ ਕਿ ਕੇਜਰੀਵਾਲ ਹੀ ਪੰਜਾਬ ਦੇ ਉਸ ਤਰ੍ਹਾਂ ਹਤੈਸ਼ੀ ਨਹੀਂ ਹੋ ਸਕਦੇ ਜਿਸ ਤਰੀਕੇ ਨਾਲ ਪੰਜਾਬ ਦੇ 92 ਚੁਣੇ ਹੋਏ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਹੋ ਸਕਦੇ ਨੇ, ਕਿਉਂਕਿ ਕੇਜਰੀਵਾਲ ਸਾਹਿਬ ਕੌਮੀ ਲੈਵਲ ਦੀ ਸਿਆਸਤ ਕਰਨਾ ਚਾਹੁੰਦੇ ਆ। ਤੇ ਜਿਹੜੀ ਸਾਡੀ ਸਟੇਟ ਆ ਇਹ ਸ਼ੁਰੂ ਤੋਂ ਹੀ ਫੈਡਰਲ ਢਾਂਚੇ ਲਈ ਲੜਨ ਦੀ ਅਗਵਾਈ ਕਰਦੀ ਰਹੀ ਆ, ਚਾਹੇ ਆਨੰਦਪੁਰ ਦਾ ਮਤਾ ਹੋਵੇ, ਚਾਹੇ ਕੋਈ ਹੋਰ ਸਮੇਂ ਐਸੇ ਆਏ ਹੋਣ ਜਦੋਂ ਪੰਜਾਬ ਨੇ ਇਸ ਕੰਮ ਲਈ ਲੜਾਈ ਵਿੱਢੀ। ਤੇ ਫੈਡਰਲ ਢਾਂਚਾ ਦਿਨ ਬ ਦਿਨ ਸਾਡਾ ਜਿਹੜਾ ਉਹ ਖਰਾਬ ਹੁੰਦਾ ਗਿਆ ਔਰ ਅਜੇ ਵੀ ਖਰਾਬ ਜਿਹੜਾ ਹੋ ਰਿਹਾ ਆਪਾਂ ਨੂੰ ਨਜ਼ਰ ਆ ਰਿਹਾ। ਸੋ ਇਹ ਸਾਰੇ ਹਾਲਾਤ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਜਿਹੜੀ ਇੰਨੀ ਵੱਡੀ ਬਹੁਤ ਸੰਮਤੀ ਨਾਲ ਬਣੀ ਹੋਈ ਸਰਕਾਰ ਆ, ਜਿਹੜੇ MLA ਸਾਹਿਬਾਨ ਨੇ, ਨਵੀਂ ਮਿਨਿਸਟਰੀ ਬਣੀ ਆ, ਉਹ ਕਿਉਂ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਕੋਈ ਕਲੀਅਰ ਕੱਟ ਬੈਠ ਕੇ ਪਾਲਿਸੀ ਬਣਾਉਣ ਲਈ ਅਜੇ ਨਹੀਂ ਕਹਿ ਸਕੇ? ਠੀਕ ਹੈ, ਉਹਨਾਂ ਦਾ ਤਜਰਬਾ ਨਹੀਂ ਹੈ, ਪਰ ਗੱਲਾਂ ਬਹੁਤ ਵੱਡੀਆਂ ਹੋਈਆਂ ਸੀਗੀਆਂ ਇਲੈਕਸ਼ਨ ਤੋਂ ਪਹਿਲਾਂ ਵੀ, ਇਲੈਕਸ਼ਨ ਦੇ ਦੌਰਾਨ ਵੀ। ਪਰ ਲੋਕ ਹੁਣ ਬਹੁਤ ਕਾਹਲੇ ਨੇ ਕਿ ਜੇ ਸਰਕਾਰ ਇੰਨੇ ਵੱਡੇ ਵਾਅਦੇ ਕਰਕੇ ਆਈ ਆ ਤੇ ਫਿਰ ਉਹਦੇ ਉੱਤੇ ਖਰਾ ਉਤਰਨ ਦੀ ਜਿਹੜੀ ਕਸੌਟੀ ਹੁੰਦੀ ਆ ਉਹਦੇ ਤੇ ਹੁਣ ਪੂਰਾ ਉਤਰੇ ਜੀ। ਤੇ ਲੱਗਦਾ ਹੈ ਕਿ ਕਿਤੇ ਢਿੱਲ ਮੱਠ ਹੈ ਉਹਨਾਂ ਦੇ ਪਾਲਿਸੀ ਮੇਕਿੰਗ ਦੇ ਵਿੱਚ। ਦੇਖੋ ਗੱਲ ਇਹ ਆ ਕਿ ਜਦੋਂ ਤੁਸੀਂ ਸਰਕਾਰ ਦੇ ਵਿੱਚ ਆ ਜਾਂਦੇ ਜੇ ਤੇ ਸਹੁੰ ਚੱਕ ਲੈਂਦੇ ਜੇ, ਕੰਸਟੀਟਿਊਸ਼ਨ ਦੀ ਸਹੁੰ ਚੱਕਦੇ ਜੇ ਕਿ ਅਸੀਂ ਕੰਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਾਂਗੇ, ਤੇ ਅਜੇ ਤੱਕ ਕਾਗਜ਼ਾਂ ਦੇ ਵਿੱਚ ਥਿਓਰੈਟੀਕਲੀ ਸਪੀਕਿੰਗ ਸਾਡਾ ਕੰਸਟੀਟਿਊਸ਼ਨ ਜਿਹੜਾ ਫੈਡਰਲ ਇਨ ਨੇਚਰ ਹੈ। ਇਸ ਕਰਕੇ ਇਹ ਜ਼ਰੂਰੀ ਨਹੀਂ ਕਿ ਕੇਜਰੀਵਾਲ ਬੋਲੇ, ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ 92 ਵਿਧਾਇਕ ਨੇ ਤੇ ਉਹਨਾਂ ਦੇ ਜਿਹੜੇ ਲੀਡਰ ਨੇ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਨੂੰ ਬੋਲਣਾ ਚਾਹੀਦਾ ਇਸ ਮੁੱਦੇ ਦੇ ਉੱਤੇ। ਔਰ ਇਹਨਾਂ ਨੇ ਸੈਸ਼ਨ ਵੀ ਕੀਤਾ, ਜਿਹੜਾ ਹੈਗਾ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਵਿਧਾਨ ਸਭਾ 'ਚ ਮਤਾ ਵੀ ਪਾਸ ਕੀਤਾ ਹੈ, ਤੇ ਉਹਦੇ ਕਾਊਂਟਰ ਦੇ ਵਿੱਚ ਹਰਿਆਣੇ ਨੇ ਵੀ ਇੱਦਾਂ ਦਾ ਮਤਾ ਪਾਸ ਕੀਤਾ ਹੈਗਾ। ਮੈਂ ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ ਹੈ ਕਿ ਪੰਜਾਬ ਨੇ ਜਿੰਨੀ ਵੱਡੀ ਇਸ ਪਾਰਟੀ ਨੂੰ, ਆਪ ਪਾਰਟੀ ਨੂੰ ਜਿੱਤ ਦਿੱਤੀ ਹੈ, ਇਸ ਕਰਕੇ ਇਸ ਪਾਰਟੀ ਦੀ ਕੰਪਲਸ਼ਨ ਹੈ ਕਿ ਪੰਜਾਬ ਦੇ ਵਿੱਚ ਉਹ ਪਰਫਾਰਮ ਕਰੇ, ਲੋਕਾਂ ਦੇ ਮਸਲੇ ਹੱਲ ਕਰੇ। ਜੇ ਪਰਫਾਰਮ ਨਹੀਂ ਕਰਦੇ ਤਾਂ ਇਹ ਪਾਰਟੀ ਹਿੰਦੁਸਤਾਨ ਦੇ ਵਿੱਚ ਇਹਦੇ ਕੋਲ ਦਿਖਾਉਣ ਦੀ ਕੁਛ ਨਹੀਂ ਹੋਏਗਾ, ਕਿਉਂਕਿ ਪੰਜਾਬ ਜਿਹੜਾ ਹੈ ਉਹ ਇੱਕ ਵੱਡਾ ਸੂਬਾ ਹੈ। ਇਸ ਸੂਬੇ ਦੀਆਂ ਆਪਣੀਆਂ ਸਪੈਸੀਫਿਕ ਸਮੱਸਿਆਵਾਂ ਨੇ, ਉਹਨਾਂ ਸਮੱਸਿਆਵਾਂ ਨੂੰ ਜੂਝਣਾ, ਉਹਦੇ ਬਾਰੇ ਗੱਲਬਾਤ ਕਰਨੀ, ਉਹਦੇ ਬਾਰੇ ਰਿਸੋਰਸਿਸ ਇਕੱਠੇ ਕਰਨੇ, ਪਲਾਨਿੰਗ ਕਰਨੀ ਤੇ ਨੀਤੀਗਤ ਫੈਸਲੇ ਲੈਣੇ, ਉਹਨਾਂ ਫੈਸਲਿਆਂ ਨੂੰ ਲਾਗੂ ਕਰਨਾ, ਇਹ ਇਹਨਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਅਜੇ ਤੱਕ ਢਿੱਲ ਮੱਠ ਹੈ। ਜਿਵੇਂ ਫਾਈਨੈਂਸ਼ੀਅਲ ਪੱਧਰ 'ਤੇ ਬੜੀ ਵੱਡੀ ਪ੍ਰੋਬਲਮ ਪੰਜਾਬ ਦੀ ਕਿ 2,82,000 ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ, ਤੇ ਇਹਨੂੰ ਠੀਕ ਕਰਨ ਵਾਸਤੇ ਅਰਥਸ਼ਾਸਤਰੀਆਂ ਨੇ ਸੁਝਾਅ ਦਿੱਤੇ ਨੇ ਕੋਈ 38,500 ਕਰੋੜ ਰੁਪਇਆ ਜਿਹੜਾ ਐਡੀਸ਼ਨਲ ਮੋਬਿਲਾਈਜ਼ ਕੀਤਾ ਜਾ ਸਕਦਾ ਹੈ। ਤਾਂ ਉਹ ਇਸ ਪਾਸੇ ਇਹਨਾਂ ਨੂੰ ਤਵੱਜੋ ਦੇ ਕੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਥਿੰਕ ਟੈਂਕ ਬਣਾ ਕੇ ਪੰਜਾਬ ਦੇ ਮਸਲਿਆਂ ਬਾਰੇ ਗੱਲਬਾਤ ਕਰਨੀ, ਬਹਿਸ ਕਰਨੀ, ਉਹਨਾਂ ਦੇ ਹੱਲ ਤਰਾਸ਼ਣੇ, ਉਹਨਾਂ ਹੱਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨੀ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦੇ 'ਚ ਬਹੁਤ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਹਦੇ 'ਚ ਅਜੇ ਢਿੱਲ ਮੱਠ ਨਜ਼ਰ ਆਉਂਦੀ ਹੈ। ਔਰ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਨਵੇਂ ਆਏ ਨੇ, ਇਸ ਕਰਕੇ 2-3 ਮਹੀਨੇ ਦਾ ਟਾਈਮ ਦੇਣਾ ਚਾਹੀਦਾ ਹੈ, ਪਰ ਕੁਛ ਮੁੱਦਿਆਂ 'ਤੇ ਟਾਈਮ ਦੀ ਜ਼ਰੂਰਤ ਨਹੀਂ ਹੈ। ਜਿਵੇਂ ਫੈਡਰਲ ਸਟਰਕਚਰ ਦੀ ਗੱਲ ਆਪਾਂ ਕਰ ਰਹੇ ਸੀਗੇ, ਚੰਡੀਗੜ੍ਹ ਦਾ ਮਸਲਾ ਹੈ, ਭਾਖੜਾ ਬਿਆਸ ਮੈਨੇਜਮੈਂਟ ਦੀ ਗੱਲ ਹੈਗੀ ਹੈ,
ਚੰਡੀਗੜ੍ਹ ਦੇ ਮੁਲਾਜ਼ਮਾਂ ਨੇ ਜਿਹੜੇ ਡੈਪੂਟੇਸ਼ਨ ਪੰਜਾਬ ਤੋਂ ਹਰਿਆਣੇ ਤੋਂ ਗੱਲ ਹੈ, ਉਹਦੀ ਤਾਂ ਨੁਮਾਇੰਦਗੀ ਬੋਰਡ ਤੇ ਪੰਜਾਬ ਤੇ ਹਰਿਆਣੇ ਦੀ ਕੰਪਲਸਰੀ ਰੱਦ ਕੀਤੀ ਗਈ ਹੈ ਜਿਹੜੀ। ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਕੋਈ ਬਹੁਤ ਸੋਚਣ ਦੀ ਲੋੜ ਨਹੀਂ ਹੈ, ਬਲਕਿ ਇਹਨੂੰ ਸਟੇਟਸ ਕੋ ਮੇਨਟੇਨ ਕਰਨ ਵਾਸਤੇ ਵੀ ਗੱਲ ਕਰਨ ਦੀ ਜ਼ਰੂਰਤ ਹੈ। ਤੇ ਬਾਕੀ ਜਿਹੜੇ ਸਾਧਨਾਂ ਨੇ ਇਕੱਠੇ ਕਰਨ ਵਾਸਤੇ, ਉਹ ਫਰਮ ਡੇ 1 ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਸਾਧਨ ਇਕੱਠੇ ਕਰਕੇ ਜਿਹੜੇ ਆ ਪੰਜਾਬ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ। ਜਿਹਦੇ 'ਚ ਜਿਵੇਂ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਾਂਗੇ, 1 ਮਹੀਨਾ ਹੋ ਗਿਆ ਔਰ ਕੋਈ ਪੈਸਾ ਟ੍ਰਾਂਸਫਰ ਨਹੀਂ ਕੀਤਾ। ਇਹੋ ਜਿਹੀ ਗੱਲਬਾਤ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਜਿੰਨੇ ਦੇਰ ਤੱਕ ਇਹਨਾਂ ਨੇ ਫਾਈਨੈਂਸ਼ੀਅਲ ਸਾਧਨਾਂ ਦਾ ਇੰਤਜ਼ਾਮ ਨਹੀਂ ਕਰ ਲਿਆ ਹੈ। ਡਾਕਟਰ ਸਾਹਿਬ, ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀ 1 ਮਹੀਨੇ ਦੀ ਸਰਕਾਰ ਹੈ, ਮੈਂ ਇੱਕ ਵਕੀਲ ਸਾਹਿਬ ਦਾ ਸੁਣ ਰਿਹਾ ਸੀ, ਉਹ 'ਚ ਪਤਾ ਨਹੀਂ ਕਿੰਨੀ ਕੁ ਸੱਚਾਈ ਆ, ਕਿ ਹੁਣ ਤੱਕ ਰਿਜ਼ਰਵ ਬੈਂਕ ਤੋਂ 15,000 ਕਰੋੜ ਰੁਪਏ ਦਾ ਕਰਜ਼ਾ ਹੋਰ ਵਾਧਾ ਹੋ ਗਿਆ, ਕਿਉਂਕਿ ਸਰਕਾਰ ਦਿਨ ਪ੍ਰਤੀ ਦਿਨ ਦੇ ਖਰਚੇ ਜਿਹੜੇ ਚਲਾਉਣ ਲਈ ਬੜੀ ਮਜਬੂਰ ਹੈ ਕਿ ਉਹਨਾਂ ਕੋਲ ਕਿਤੇ ਮਤਲਬ ਹੈ ਹੀ ਨਹੀਂ ਆ ਪੈਸਾ, ਤੇ ਮਜਬੂਰੀ ਬਸ ਉਹਨਾਂ ਨੂੰ ਕਰਨਾ ਪੈ ਰਿਹਾ। ਪਰ ਉਹਨਾਂ ਦੇ ਨਾਲ ਦੀ ਨਾਲ ਜਿਹੜੇ ਲੋਕ ਲੁਭਾਉਣੇ ਨਾਅਰੇ ਵੱਡੇ ਦਿੱਤੇ ਸੀਗੇ, ਉਹਨਾਂ ਦੀ ਪੂਰਤੀ ਜਿਹੜੀ ਆ ਉਹ ਕਰਨ ਲਈ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਹੈ। ਤੇ ਸਾਨੂੰ ਪੰਜਾਬੀਆਂ ਨੂੰ ਵੀ ਕਿਤੇ ਨਾ ਕਿਤੇ ਇਹ ਸਥਿਤੀ ਜਿਹੜੀ ਆ ਉਹਨੂੰ ਸਮਝ ਕੇ ਚੱਲਣ ਦੀ ਸ਼ਾਇਦ ਲੋੜ ਹੈ। ਬਹੁਤ ਤੱਤ ਭੜਤੇ ਕਾਲੇ ਪੈ ਕੇ ਜੇ ਅਸੀਂ ਫੈਸਲੇ ਲਵਾਂਗੇ, ਸੜਕਾਂ ਰੋਕਾਂਗੇ ਜਾਂ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕੇ ਜਾਣਗੇ, ਜਿੱਦਾਂ ਹੁਣ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਸਮਾਂ ਇਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ, ਪਰ ਨਾਲ ਦੀ ਨਾਲ ਇਹਨਾਂ ਨੂੰ ਕੋਈ ਕੰਕਰੀਟ ਪ੍ਰੋਗਰਾਮ ਲੀਕਣੇ ਚਾਹੀਦੇ ਆ। ਮੈਂ ਪਹਿਲਾਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗਾ ਕਿ ਤੁਹਾਡੇ ਵਰਗੇ ਅਰਥ ਸ਼ਾਸਤਰੀ, ਤੁਸੀਂ ਜੇ ਕੁਝ ਹੋਰ ਸੱਜਣ ਨੇ ਜਿਹੜੇ ਪੰਜਾਬ ਨੂੰ ਇਹ ਜਿਹੜੀ ਵਿਗੜੀ ਹਾਲਾਤ ਚੋਂ ਬਾਹਰ ਕੱਢਣ ਲਈ ਘੱਟੋ ਘੱਟ ਸਹੀ ਸਲਾਹ ਦੇ ਸਕਦੇ ਆ, ਕੀ ਕਿਸੇ ਗਵਰਨਮੈਂਟ ਦੇ ਨੁਮਾਇੰਦੇ ਵੱਲੋਂ ਹੁਣ ਤੱਕ ਤੁਹਾਨੂੰ ਜਾਂ ਕਿਸੇ ਹੋਰ ਐਸੇ ਅਰਥ ਸ਼ਾਸਤਰੀ ਨੂੰ ਤੁਹਾਡੇ ਨੋਟਿਸ ਹੋਵੇ ਇਹਨਾਂ ਕੰਮਾਂ ਲਈ ਕਾਲ ਕਰਕੇ ਆਪਣੇ ਨਾਲ ਜੋੜਨ ਦਾ ਕੋਈ ਯਤਨ ਕੀਤਾ ਹੋਵੇ? ਤਾਂ ਮੈਂ ਉਹ ਵੀ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਕਿਤੇ ਉਹ ਇਹ ਸਲਾਹ ਵੀ ਲੈ ਰਹੇ ਨੇ ਜਾਂ ਆਪਣੇ ਆਪ ਜੋ ਦਿੱਲੀ ਵਾਲੇ ਕਹਿ ਰਹੇ ਨੇ ਉੱਦਾਂ ਕਰੀ ਜਾ ਰਹੇ ਨੇ। ਦੇਖੋ, ਮੈਂ ਜਿੱਥੋਂ ਤੱਕ ਮੇਰਾ ਗਿਆਨ ਹੈ ਕਿ ਮੈਨੂੰ ਤਾਂ ਬਿਲਕੁਲ ਨਹੀਂ ਉਹਨਾਂ ਨੇ ਅਪਰੋਚ ਕੀਤਾ, ਤੇ ਜਿਹੜੇ ਮੇਰੇ ਜਾਣ ਪਛਾਣ ਵਾਲੇ ਅਰਥ ਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਾਂ PAU ਲੁਧਿਆਣਾ ਤੋਂ ਜਾਂ ਅੰਮ੍ਰਿਤਸਰ ਤੋਂ ਜਾਂ ਚੰਡੀਗੜ੍ਹ ਤੋਂ, ਮੇਰੇ ਧਿਆਨ 'ਚ ਨਹੀਂ ਹੈ ਕਿ ਕਿਸੇ ਨੂੰ ਇਹਨਾਂ ਨੇ ਹੁਣ ਤਾਈਂ ਅਪਰੋਚ ਕੀਤਾ ਹੈਗਾ। ਪਰ ਇਹ ਦਿੱਲੀ ਵਾਲਿਆਂ ਤੋਂ ਸਲਾਹ ਲੈ ਰਹੇ ਨੇ ਜਾਂ ਬਿਊਰੋਕ੍ਰੇਸੀ ਤੋਂ ਸਲਾਹ ਮਸ਼ਵਰਾ ਲੈ ਕੇ ਕੰਮ ਕਰ ਰਹੇ ਨੇ। ਪਰ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਮੇਰੇ ਕਲੀਗਸ ਨੇ ਪਟਿਆਲਾ ਤੋਂ ਇਹ ਵਰਕਆਊਟ ਕੀਤਾ ਹੈ ਕਿ ਵਿਦਆਊਟ ਨਵਾਂ ਟੈਕਸ ਲਾਇਆ, ਨਵਾਂ ਕਰ ਹੋਰ ਕੋਈ ਲਾਉਣ ਤੋਂ ਬਗੈਰ 38,500 ਕਰੋੜ ਦੇ ਐਡੀਸ਼ਨਲ ਸਾਧਨ ਪੈਦਾ ਕੀਤੇ ਜਾ ਸਕਦੇ ਨੇ, ਜਿਹਦੇ 'ਚ 9,000 ਕਰੋੜ ਦੀ GST ਦੀ ਚੋਰੀ ਹੈ, 5,000 ਕਰੋੜ ਦੀ ਜਿਹੜੀ ਹੈ ਐਕਸਾਈਜ਼ ਡਿਊਟੀ ਦੀ ਚੋਰੀ ਹੈ, 3,000 ਕਰੋੜ ਦੀ ਜਿਹੜੀ ਹੈ ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਫੀਸ ਦੀ ਚੋਰੀ ਹੈ, ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਏਰੀਆ ਦੇ ਵਿੱਚ ਜਿਹੜਾ ਟੈਕਸ ਦੀ ਚੋਰੀ ਹੋ ਰਹੀ ਹੈ। ਤੇ ਇਹ ਟੈਕਸ ਮਾਫੀਆ ਜਿਹੜੇ ਨੇ, ਜਿਵੇਂ ਟਰਾਂਸਪੋਰਟ ਮਾਫੀਆ ਹੈ, ਕੇਬਲ ਮਾਫੀਆ ਹੈ ਤੇ ਰੇਤਾ ਬਜਰੀ ਮਾਫੀਆ ਹੈ, ਇਹਨਾਂ ਨੂੰ ਜੇ ਨੱਥ ਪਾ ਲਈ ਜਾਵੇ ਤਾਂ 38,000 ਕਰੋੜ ਦੇ ਨਵੇਂ ਸਾਧਨ ਪੈਦਾ ਕੀਤੇ ਜਾ ਸਕਦੇ ਨੇ ਟੈਕਸ ਕੋਡ ਲਾਉਣ ਤੋਂ ਬਗੈਰ। ਇਹ ਉਹਨਾਂ ਦੇ ਸੁਝਾਅ ਜਿਹੜੇ ਨੇ ਦਿੱਤੇ ਨੇ, ਔਰ ਇਹ ਜਿਹੜਾ ਪੰਜਾਬ ਗੌਰਮੈਂਟ ਨੂੰ ਸਟੇਟ ਫਾਈਨਾਂਸ ਕਮਿਸ਼ਨ ਸਟੇਟ ਫਾਈਨਾਂਸ ਕਮਿਸ਼ਨ ਦੀ ਰਿਪੋਰਟ 31 ਮਾਰਚ 2022 ਨੂੰ ਪੇਸ਼ ਕੀਤੀ ਗਈ ਹੈ, ਉਹਦੇ ਵਿੱਚ ਦਰਜ ਹੈ। ਤਾਂ ਇਹ ਗੱਲ ਜਿਹੜੀ ਹੈ ਇਹਦਾ ਫਾਇਦਾ ਉਠਾ ਸਕਦੇ ਨੇ, ਔਰ ਜੇ ਇਮਾਨਦਾਰੀ ਨਾਲ ਕੰਮ ਕਰਨ ਕਿ ਪੰਜਾਬ ਦੇ ਕੋਲ ਸਾਧਨ ਬਹੁਤ ਨੇ ਤੇ ਪੰਜਾਬ ਦੇ ਲੋਕ ਸਾਧਨ ਦੇਣ ਨੂੰ ਤਿਆਰ ਵੀ ਨੇ, ਤੇ ਇਹ ਕਿਉਂਕਿ ਨਵੇਂ ਟੈਕਸ ਨਹੀਂ ਲਾਉਣੇ ਤੇ ਜਿਹੜੇ ਟੈਕਸ ਚੋਰ ਨੇ ਉਹਨਾਂ 'ਤੇ ਕਾਰਵਾਈ ਕਰਨੀ ਆ, ਤੇ ਉਹਦੇ ਨਾਲ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਸੁਧਾਰਿਆ ਜਾ ਸਕਦਾ ਹੈ। ਔਰ ਰਿਜ਼ਰਵ ਬੈਂਕ ਤੋਂ ਜਾਂ ਕਮਰਸ਼ੀਅਲ ਬੈਂਕ ਤੋਂ ਕਰਜ਼ੇ ਲੈਣ ਦੀ ਲੋੜ ਨਹੀਂ ਹੈ, ਸਗੋਂ ਕਰਜ਼ਿਆਂ ਦੀ ਜਿਹੜੀ ਕਰਜ਼ੇ ਜਿਹੜੇ ਨੇ ਉਹਨੂੰ ਘਟਾਇਆ ਜਾ ਸਕਦਾ ਹੈ। ਅੱਧਾ ਪੈਸਾ ਕਰਜ਼ਿਆਂ ਨੂੰ ਘਟਾਉਣ ਨੂੰ ਰਿਪੇਅਰ ਕਰਨ 'ਤੇ ਲਾਇਆ ਜਾ ਸਕਦਾ, ਅੱਧਾ ਪੈਸਾ ਪੰਜਾਬ ਦੀ ਡਿਵੈਲਪਮੈਂਟ, ਸਮਾਜਿਕ ਤੇ ਆਰਥਿਕ ਡਿਵੈਲਪਮੈਂਟ ਵਾਸਤੇ ਲਾਇਆ ਜਾ ਸਕਦਾ ਹੈ। ਤਾਂ ਇਹ ਇਸ ਕਿਸਮ ਦੇ ਸੁਝਾਅ ਜਿਹੜੇ ਨੇ ਲੋਕਾਂ ਨੇ ਵਰਕਆਊਟ ਕੀਤੇ ਨੇ ਤੇ ਗਵਰਨਮੈਂਟ ਦੇ ਧਿਆਨ 'ਚ ਨੇ, ਜੇ ਗਵਰਨਮੈਂਟ ਦਾ ਫਾਇਦਾ ਉਠਾ ਸਕਦੇ ਹੋ। ਡਾਕਟਰ ਸਾਹਿਬ, ਇੱਕ ਗੱਲ ਜਿਹੜੀ ਆ ਉਹ ਹੋਰ ਬੜੀ ਜਿਹੜੀ ਆ ਉਹ ਧਿਆਨ ਖਿੱਚ ਰਹੀ ਹੈ ਇਸ ਵੇਲੇ ਕਿ ਇੱਕ ਸਾਡੇ ਪ੍ਰਸਿੱਧ ਅਰਥ ਸ਼ਾਸਤਰੀ ਬਜ਼ੁਰਗ ਡਾਕਟਰ ਸਰਦਾਰਾ ਸਿੰਘ ਜੌਹਲਰਾਂ ਦਾ ਪਿਛਲੇ ਦਿਨੀ ਇੱਕ ਇੰਟਰਵਿਊ ਮੈਂ ਦੇਖਿਆ ਸੀਗਾ, ਬਹੁਤ ਸਾਰੇ ਲੋਕਾਂ ਨੇ ਉਹਦਾ ਨੋਟਿਸ ਲਿਆ ਆ ਇੱਕ ਪ੍ਰਾਈਵੇਟ ਚੈਨਲ ਤੇ। ਉਹ ਕਹਿ ਰਹੇ ਨੇ ਕਿ ਬਹੁਤ ਵਧੀਆ ਸੁਨਹਿਰੀ ਮੌਕਾ ਸੀਗਾ ਇਹ ਜਿਹੜੇ ਖੇਤੀ ਬਿੱਲ ਆਏ ਸੀਗੇ,
ਤੁਸੀਂ ਵੀ ਉਹ ਸ਼ਾਇਦ ਵੇਖਿਆ ਹੋਵੇ, ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਸਮਝ ਸਕਦੇ ਹੋ। ਉਹ ਕਹਿੰਦੇ ਕਿ ਆਪਾਂ ਉਹ ਮੌਕਾ ਗਵਾ ਲਿਆ ਵਾ, ਇੱਕ ਜਿੱਦ ਕਰ ਲਈ ਕਿਸਾਨ ਲੀਡਰਾਂ ਨੇ, ਤੇ ਕੁਝ ਇੱਕ ਲੋਕਾਂ ਨੇ ਜਿਹੜੇ ਵਿਦਵਾਨ ਟਾਈਪ ਲੋਕ ਨੇ ਜਾਂ ਜਿਹੜੇ ਕੁਝ ਅਰਥ ਸ਼ਾਸਤਰੀ ਐਸੇ ਨੇ ਜਿਨ੍ਹਾਂ 'ਚ ਆਪਾਂ ਸ਼ਾਮਲ ਤੁਹਾਨੂੰ ਕਰ ਸਕਦੇ, ਜਿਨ੍ਹਾਂ ਨੇ ਕਿਸਾਨਾਂ ਦੇ ਪੱਖ 'ਚ ਗੱਲ ਕੀਤੀ ਸੀਗੀ। ਉਹ ਕਹਿ ਰਹੇ ਨੇ ਕਿ ਉਹਨਾਂ ਨੇ ਸਹੀ ਸੇਧ ਨਹੀਂ ਦਿੱਤੀ ਉਹਨਾਂ ਨੂੰ ਕਿਤੇ, ਤੇ ਹੁਣ ਉਹ ਲੋਕ ਕਿੱਥੇ ਨੇ? ਹੁਣ ਉਹ ਲੋਕ ਅੱਗੇ ਆਉਣ ਤੇ ਇਹਨਾਂ ਸਮੱਸਿਆਵਾਂ ਦਾ ਆਪਣੇ ਨਜ਼ਰੀਏ ਤੋਂ ਹੱਲ ਕਰਨ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਉਹਨਾਂ ਦਾ ਕਹਿਣਾ ਇਸ ਸਟੇਜ ਤੇ ਦਰੁਸਤ ਹੈ ਜਾਂ ਨਹੀਂ? ਜੇ ਦਰੁਸਤ ਨਹੀਂ ਤੇ ਫਿਰ ਕਿਸ ਤਰ੍ਹਾਂ ਦਾ ਜਿਹੜਾ ਕੰਮ ਹੈ ਜਿਹੜੇ ਵਿਦਵਾਨ ਲੋਕ ਨੇ, ਜਿਹੜੇ ਅਰਥ ਸ਼ਾਸਤਰੀ ਨੇ, ਉਹ ਕਰ ਸਕਦੇ ਨੇ? ਕਿਸ ਤਰ੍ਹਾਂ ਦਾ ਸਹਿਯੋਗ ਸਰਕਾਰ ਜੇ ਨਹੀਂ ਵੀ ਕਹਿੰਦੀ ਤੇ ਆਪਣੇ ਲੈਵਲ ਤੇ ਕੋਈ ਫੋਰਮ ਬਣਾ ਕੇ ਸਰਕਾਰ ਨੂੰ ਉਹ ਚੀਜ਼ਾਂ ਜਿਹੜੀਆਂ ਦੱਸੀਆਂ ਜਾਣ ਵੀ ਭਾਈ ਇਦਾਂ ਕਰ ਲਓ ਤਾਂ ਆਪਾਂ ਬਚਾਂਗੇ, ਨਹੀਂ ਤੇ ਨਹੀਂ। ਕੋਸ਼ਿਸ਼ ਇੱਕ ਜਿਹੜੀ ਹਮਲਾ ਮਾਰਨ ਦੀ ਉਹ ਹੋਣੀ ਚਾਹੀਦੀ ਆ। ਤੁਸੀਂ ਇਸ ਇਸ਼ੂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੇ ਉਹਨਾਂ ਤੇ ਕਿਸਾਨ ਲੀਡਰਸ਼ਿਪ ਨੂੰ ਵੀ ਕਿਹਾ ਕਿ ਉਹ ਗਲਤੀ ਤੇ ਸੀਗੇ, ਅਰਥ ਸ਼ਾਸਤਰੀ ਵੀ ਜਿਹੜੇ ਕਹਿੰਦੇ ਸੀ ਕਿ ਬਿੱਲ ਗਲਤ ਹੈ ਉਹ ਵੀ ਗਲਤ ਸੀਗੇ, ਤੇ ਜਿਹੜੇ ਲੋਕ ਹੋਰ ਨਹੀਂ ਸਪੋਰਟ ਕਰਦੇ ਸੀਗੇ ਹੁਣ ਉਹ ਬਾਰ-ਬਾਰ ਕਹਿ ਰਹੇ ਸੀ ਉਹ ਕਿੱਥੇ ਨੇ ਲੋਕ? ਹੁਣ ਆਉਣ ਤੇ ਇਹਨੂੰ ਸਮੱਸਿਆਵਾਂ ਦਾ ਹੱਲ ਕਰਨ। ਮੈਂ ਜੌਹਲ ਸਾਹਿਬ ਦਾ ਇੱਕ ਦੀ ਬਹੁਤ ਰਿਸਪੈਕਟ ਕਰਦਾ। ਸਾਡੇ ਬਜ਼ੁਰਗ ਨੇ, ਬੜੇ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਉਹ ਨਸੀਹਤ ਦਿੰਦੇ ਆ ਰਹੇ ਨੇ, ਪਰ ਇਸ ਮੂਵਮੈਂਟ ਦੇ ਦੌਰਾਨ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੋਇਆ ਕਦੀ ਵੀ, ਔਰ ਹੁਣ ਵੀ ਜੋ ਉਹਨਾਂ ਦਾ ਵਿਚਾਰ ਹੈ ਉਹਦੇ ਨਾਲ ਸਹਿਮਤ ਨਹੀਂ ਹਾਂ। ਉਹਦਾ ਕਾਰਨ ਇਹ ਹੈ ਕਿ ਜੇ ਇਹ ਕਾਨੂੰਨ ਲਾਗੂ ਰਹਿੰਦੇ ਤਾਂ ਪੰਜਾਬ ਦੀਆਂ ਸਰਕਾਰੀ ਮੰਡੀਆਂ ਖਤਮ ਹੋ ਜਾਣੀਆਂ ਸੀਗੀਆਂ, ਔਰ ਜਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਉਹਨਾਂ ਨੇ 2-3 ਸਾਲਾਂ ਦੇ ਵਿੱਚ ਕਿਸਾਨਾਂ ਨੂੰ ਥੋੜ੍ਹਾ ਵੱਧ ਪੈਸੇ ਦੇ ਕੇ ਸਰਕਾਰੀ ਮੰਡੀਆਂ ਖਤਮ ਕਰ ਦੇਣੀਆਂ ਸੀ। ਉਸ ਤੋਂ ਬਾਅਦ ਆਪਣੀ ਮਨਮਾਨੀ ਸ਼ੁਰੂ ਕਰ ਦੇਣੀ ਸੀਗੀ। ਇਹਦੀ ਇੱਕ ਮੌਜੂਦਾ ਮਿਸਾਲ ਜਿਹੜੀ ਹੈ ਅਦਾਨੀ ਦੇ ਗੋਦਾਮਾਂ 'ਚ ਜਿਹੜੀ ਕਣਕ ਜਾ ਰਹੀ ਹੈ। ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਇਹ ਜਿਹੜੀ ਕਣਕ ਖਰੀਦੀ ਜਾ ਰਹੀ ਹੈ, ਜਿਹੜੀ ਅਦਾਨੀ ਦੇ ਗੋਦਾਮਾਂ 'ਚ ਜਾ ਰਹੀ ਹੈ, ਉਹ ਕਣਕ FCI ਖਰੀਦ ਰਹੀ ਹੈ, ਅਦਾਨੀ ਨਹੀਂ ਖਰੀਦ ਰਿਹਾ। FCI ਨੇ ਅਦਾਨੀ ਦੇ ਜਿਹੜੇ ਗੋਦਾਮ ਨੇ ਉਹ ਕਿਰਾਏ 'ਤੇ ਲਏ ਹੋਏ ਨੇ, ਤੇ ਜਿਹੜੇ ਕਣਕ ਲਿਜਾ ਰਹੇ ਨੇ ਕਿਸਾਨ ਉਹ ਪਰਚੀਆਂ ਜਿਹੜੀਆਂ ਨੇ ਕਮਿਸ਼ਨ ਏਜੰਟ ਤੋਂ ਕਟਾ ਕੇ ਉੱਥੇ ਕਣਕ ਜਮ੍ਹਾਂ ਕਰਾ ਰਹੇ ਨੇ, ਤੇ ਉਹਨਾਂ ਦੇ ਅਕਾਊਂਟਸ ਵਿੱਚ ਪੈਸੇ ਜਮ੍ਹਾਂ ਹੋ ਰਹੇ ਨੇ। ਤਲਾਈ ਉੱਥੇ ਜਿਹੜੀ ਆ ਆਟੋਮੈਟਿਕ ਜਿਹੜੇ ਕੰਡੇ ਲੱਗੇ ਨੇ ਉਹਦੇ ਨਾਲ ਹੋ ਜਾਂਦੀ ਆ, ਖਾਣਾ ਵੀ ਉੱਥੇ ਲੱਗਿਆ ਹੋਇਆ ਹੈ, ਤੇ ਤਲਾਈ ਵਿੱਚ ਕਿਸਾਨਾਂ ਨੂੰ ਫਾਇਦਾ ਹੋ ਗਿਆ। ਇਹ ਇੱਕ ਸ਼ੀਸ਼ਾ ਹੈ ਸਾਡੇ ਸਾਹਮਣੇ ਕਿ ਜੇ ਪ੍ਰਾਈਵੇਟ ਮੰਡੀਆਂ ਸਟੈਬਲਿਸ਼ ਹੋ ਜਾਂਦੀਆਂ ਤੇ ਲੋਕਾਂ ਨੇ ਪ੍ਰਾਈਵੇਟ ਮੰਡੀਆਂ ਦੇ ਵਿੱਚ ਵੀ ਆਪਣੀ ਫਸਲ ਵੇਚਣੀ ਤੇ ਸਰਕਾਰੀ ਮੰਡੀਆਂ ਖਤਮ ਹੋ ਜਾਣੀਆਂ ਸੀ। ਇਸ ਕਰਕੇ ਮੇਰਾ ਸੁਝਾਅ ਇਹ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਸਾਰੀ APMC ਦੀਆਂ ਮੰਡੀਆਂ ਨੇ, ਸਰਕਾਰੀ ਮੰਡੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਕਿਉਂਕਿ ਸਰਕਾਰ ਨੂੰ ਟੈਕਸ ਮਿਲ ਰਿਹਾ ਹੈਗਾ, ਮੰਡੀ ਫੀਸ ਮਿਲ ਰਹੀ ਹੈ, ਡਿਵੈਲਪਮੈਂਟ ਫੰਡ ਬਾਹਰ ਮਿਲ ਰਿਹਾ ਹੈਗਾ, ਆੜ੍ਹਤੀਆਂ ਨੂੰ ਆੜ੍ਹਤ ਮਿਲ ਰਹੀ ਹੈ, ਉਹਦੇ ਵਿੱਚ ਅਦਾਨੀ ਦੇ ਗੋਦਾਮਾਂ ਵਰਗੀਆਂ ਸਹੂਲਤਾਂ ਪੈਦਾ ਕਰਨ, ਉੱਥੇ ਸੀਲੋਸ ਸਟੈਬਲਿਸ਼ ਕਰਨ, ਉੱਥੇ ਆਟੋਮੈਟਿਕ ਕੰਡੇ ਸਟੈਬਲਿਸ਼ ਕਰਨ, ਉੱਥੇ ਤਲਾਈ ਦਾ ਆਟੋਮੈਟਿਕ ਇੰਤਜ਼ਾਮ ਹੋ ਜੇ। ਇਹ ਜੇ ਕਰ ਲੈਣ ਤਾਂ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਇਹਦੇ ਵਿੱਚ ਫਾਇਦਾ ਹੋ ਜਾਏਗਾ। ਉਹਨਾਂ ਦਾ ਜਿਹੜਾ ਨੁਕਸਾਨ ਤਲਾਈ ਵਿੱਚ ਹੁੰਦਾ ਉਹ ਨਹੀਂ ਹੋਏਗਾ। ਮੈਂ ਦਰਸ਼ਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਵਾਮੀਨਾਥਨ ਕਮਿਸ਼ਨ ਸੀਗਾ ਜਿਹਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਕਾਸਟ ਦੇ ਉੱਪਰ 50% ਵੱਧ ਕੀਮਤ ਦੇਣੀ ਚਾਹੀਦੀ ਹੈ ਕਿਉਂਕਿ ਕਿਸਾਨ ਜਿਹੜੇ ਬੜੇ ਰਿਸਕ ਦੀ ਕੰਡੀਸ਼ਨ ਦੇ ਵਿੱਚ ਉਤਪਾਦਨ ਕਰਦੇ ਨੇ, ਉਹਨਾਂ ਨੇ ਕਿਹਾ ਕਿ ਮੰਡੀਆਂ ਜਿਹੜੀਆਂ ਨੇ ਹਰ ਕਿਸਾਨ ਨੂੰ 5 ਕਿਲੋਮੀਟਰ ਦੇ ਦਾਇਰੇ ਵਿੱਚ ਮੰਡੀ ਉਪਲਬਧ ਹੋਣੀ ਚਾਹੀਦੀ ਹੈ। ਉਸ ਹਿਸਾਬ ਨਾਲ ਹਿੰਦੁਸਤਾਨ ਦੇ ਵਿੱਚ ਚਲ ਕੋਈ 66,000 ਮੰਡੀਆਂ ਚਾਹੀਦੀਆਂ ਨੇ, ਜਦ ਕਿ 6600-6500 ਮੰਡੀਆਂ ਨੇ। ਤਾਂ 10 ਗੁਣਾ ਮੰਡੀਆਂ ਵਧਾਉਣੀਆਂ ਚਾਹੀਦੀਆਂ ਨੇ, ਤੇ ਉਹਨਾਂ ਮੰਡੀਆਂ ਦੇ ਵਿੱਚ ਕੋਲਡ ਸਟੋਰੇਜ, ਸੀਲੋਜ਼ ਔਰ ਆਟੋਮੈਟਿਕ ਕੰਡੇ ਇਸਟੈਬਲਿਸ਼ ਹੋਣੇ ਚਾਹੀਦੇ ਨੇ। ਜੇ ਕਰ ਲਏ ਜਾਣ ਤਾਂ ਕਿਸਾਨਾਂ ਦਾ ਕਾਫੀ ਇਹਦੇ 'ਚ ਭਲਾ ਹੋ ਸਕਦਾ ਹੈ, ਤੇ ਕਿਸਾਨਾਂ ਨੂੰ ਜਿਹੜੇ ਪ੍ਰਾਈਵੇਟ ਅਦਾਰੇ ਨੇ, ਕਾਰਪੋਰੇਟ ਸੈਕਟਰ ਘਰਾਣੇ ਨੇ, ਉਹਨਾਂ ਤੋਂ ਬਚਾਇਆ ਜਾ ਸਕਦਾ। ਜਿਹੜਾ ਇਹ ਲੁਧਿਆਣੇ ਮੋਗਾ ਵਾਲਾ ਕੇਸ ਹੈ ਸੀਲੋਸ ਵਾਲਾ, ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੈ ਕਿ FCI ਜਿਹੜੀ ਹੈ ਉਸ ਅਦਾਨੀ ਦੇ ਗੋਦਾਮ ਹਾਇਰ ਕਰ ਰਹੀ ਹੈ, ਤੇ ਇਹ ਗੋਦਾਮ ਜਿਹੜੇ ਨੇ ਜੇ ਪੰਜਾਬ ਸਰਕਾਰ ਬਣਾ ਦੇ ਸਰਕਾਰੀ ਮੰਡੀਆਂ 'ਚ ਹੋਣ ਤਾਂ ਉਹਦਾ ਕਿਰਾਇਆ ਵੀ ਇਹਨਾਂ ਮੰਡੀਆਂ ਨੂੰ ਆ ਸਕਦਾ, ਤੇ ਉਹਦਾ ਫਾਇਦਾ ਕਿਸਾਨਾਂ ਨੂੰ ਹੋ ਸਕਦਾ ਹੈ। ਸੋ ਇਸ ਕਰਕੇ ਇੱਕ ਅਲਟਰਨੇਟਿਵ ਪੈਰਾਡਾਈਮ ਜਿਹੜਾ ਹੈ, ਮਾਡਲ ਜਿਹੜਾ ਉਹ ਬਿਲਡ ਕਰਨ ਦੀ ਜ਼ਰੂਰਤ ਹੈ, ਔਰ ਕਿਸਾਨ ਜਥੇਬੰਦੀਆਂ ਨੂੰ ਇਹ ਮੰਗ ਹੋਣੀ ਚਾਹੀਦੀ ਹੈ। ਔਰ ਜੌਹਲ ਸਾਹਿਬ ਦਾ ਇਹ ਵਿਚਾਰ ਕਿ ਪੁਰਾਣੇ ਕਾਨੂੰਨ ਜਿਹੜੇ ਲਾਗੂ ਕਰ ਦੇਣੇ ਚਾਹੀਦੇ ਨੇ ਬੜੀ ਆਪਰਚੁਨਿਟੀ ਵਧੀਆ ਸੀ। ਮੈਂ ਸਮਝਦਾ ਕਿ ਉਹ ਇੱਕ ਸੁਸਾਈਟਲ ਸਟੈਪ ਸੀਗਾ ਜਿਸ 'ਚ ਕਿਸਾਨਾਂ ਦੀ ਖੇਤੀ ਵੀ ਜਾਣੀ ਸੀ, ਸਰਕਾਰ ਦੀਆਂ ਮੰਡੀਆਂ ਵੀ ਜਾਣੀਆਂ ਸੀ,
ਪੰਜਾਬ ਸਰਕਾਰ ਨੂੰ 6-7 ਹਜ਼ਾਰ ਕਰੋੜ ਦਾ ਜਿਹੜਾ ਸਾਲਾਨਾ ਆਮਦਨ ਹੁੰਦੀ ਹੈ ਨਾ, ਉਹ ਟੈਕਸ ਮੰਡੀ ਫੀਸ ਔਰ ਰੂਰਲ ਡਿਵੈਲਪਮੈਂਟ ਟੈਕਸ ਜਿਹੜਾ ਰੂਰਲ ਡਿਵੈਲਪਮੈਂਟ ਦੇ ਕਾਰਜ ਸਿਰੇ ਚੜਾਏ ਜਾਂਦੇ ਨੇ, ਉਹ ਆਮਦਨ ਵੀ ਬੰਦ ਹੋ ਜਾਣੀ ਸੀ। ਪੰਜਾਬ ਦਾ ਰੂਰਲ ਡਿਵੈਲਪਮੈਂਟ ਦਾ ਵਿਕਾਸ ਜਿਹੜਾ ਹੈ ਉਹ ਵੀ ਰੁਕ ਜਾਣਾ ਸੀਗਾ। ਔਰ ਮੈਂ ਸਮਝਿਆ ਕਿ ਗੱਲ ਸਿਰਫ ਕਾਨੂੰਨ ਵਾਪਸ ਕਰਨ ਤੱਕ ਨਹੀਂ ਹੋਣੀ ਚਾਹੀਦੀ, ਇਹ ਰਿਫਾਰਮ ਜਿਹੜੇ ਨੇ ਫਾਰਮਰ ਦੇ ਹੱਕ ਵਿੱਚ, ਪੰਜਾਬ ਦੇ ਹੱਕ ਵਿੱਚ ਜਿਹੜੇ ਨੇ, ਇਹਨਾਂ ਨੂੰ ਕੈਰੀ ਫਾਰਵਰਡ ਕਰਨਾ ਚਾਹੀਦਾ। ਦੂਸਰੀ ਗੱਲ ਹੈ ਕਿ ਪਿਛਲੇ 15-20 ਸਾਲ ਤੋਂ ਜਿਹੜੀਆਂ APMC ਮਾਰਕੀਟਸ ਨੇ, ਇਹਨਾਂ ਦੀਆਂ ਮੰਡੀਆਂ ਦੇ ਵਿੱਚ ਮੰਡੀ ਮਾਰਕੀਟ ਕਮੇਟੀ ਦੀ ਚੋਣ ਨਹੀਂ ਹੋ ਰਹੀ। ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਆਪਣੇ ਨਾਮਜ਼ਦ ਕਰਦੇ ਨੇ ਮੈਂਬਰ, ਇਹਨਾਂ ਦੀ ਚੋਣ ਹੋਣੀ ਚਾਹੀਦੀ ਹੈ। ਔਰ ਇਲੈਕਟਡ ਮੈਂਬਰ ਜਿਹੜੇ ਨੇ ਉਹ ਇਹ ਦੇਖਣ ਕਿ ਜਿਹੜਾ ਮੰਡੀ ਫੀਸ ਕਲੈਕਟ ਹੁੰਦੀ ਹੈ ਉਹ ਸਰਕਾਰੀ ਮੰਡੀਆਂ ਦੀ ਦੇ ਵਿਕਾਸ ਵਾਸਤੇ ਵਰਤੀ ਜਾਏ, ਉੱਥੇ ਸੀਰੋਜ਼ ਬਣਾਏ ਜਾਣ। ਜਿਨ੍ਹਾਂ ਕੋਲ ਅੱਜ ਪੈਸੇ ਨਹੀਂ ਹੈਗੇ ਤੇ ਬੈਂਕਾਂ ਤੋਂ ਕਰਜ਼ੇ ਲੈ ਕੇ ਬਣਾ ਕੇ ਉਸ ਫੀਸ ਤੋਂ ਇਹ ਅਦਾ ਕਰ ਸਕਦੇ ਨੇ ਅਮਾਊਂਟ। ਔਰ ਇਹਦੇ ਨਾਲ ਜਿਹੜਾ ਕਾਫੀ ਕਿਸਾਨਾਂ ਨੂੰ ਜਿਹੜੀ ਹੈ ਬਚਤ ਹੋ ਸਕਦੀ ਆ, ਔਰ ਜਿਹੜੀ ਤਲਾਈ ਦੇ ਵਿੱਚ ਜਲਦੀ ਸਹੂਲਤ ਹੋ ਸਕਦੀ ਆ। ਔਰ ਕਣਕ ਜਿਹੜੀ ਨੀਚ ਭੇਜਦੀ ਹੈ ਜਦੋਂ ਸਰਕਾਰ ਪ੍ਰਯੋਗ ਹੋਈ ਹੈ, ਗੌਰਮੈਂਟ ਪਾਉਣ ਦੀ ਲੋੜ ਨਹੀਂ ਹੈ, ਉਹ ਸੀਲੋਜ਼ ਵਿੱਚ ਪਾਈ ਜਾ ਸਕਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ, ਪਰ ਗੱਲ ਤੇ ਫੌਰੀ ਤੌਰ ਤੇ ਇਹ ਆ ਕਿ ਸਰਕਾਰ ਕੋਲ ਜਿਹੜਾ ਮੌਜੂਦਾ ਇਨਫਰਾਸਟ੍ਰਕਚਰ ਆ ਉਹਨੂੰ ਮੇਨਟੇਨ ਕਰਨ ਲਈ ਸਾਧਨ ਨਹੀਂ। ਤੇ ਜੇ ਸਾਈਲੋ ਵਗੈਰਾ ਆਪਾਂ ਨਵੇਂ ਕੰਸਟਰਕਸ਼ਨ ਦੀ ਗੱਲ ਕਰ ਰਹੇ ਹਾਂ, ਮੇਰੇ ਖਿਆਲ ਬਹੁਤ ਵੱਡਾ ਬਜਟ ਉਹਦੇ ਲਈ ਚਾਹੀਦਾ ਹੋਏਗਾ, ਉਹਦੇ ਲਈ ਸਮਾਂ ਲੱਗੇਗਾ। ਇਸ ਪਾਸੇ ਕਦਮ ਚੁੱਕਣੇ ਬਹੁਤ ਜ਼ਰੂਰੀ ਆ। ਪਰ ਇਹਦੇ ਨਾਲ ਦੀ ਨਾਲ ਜਿੱਦਾਂ ਕਿਸਾਨ ਜਥੇਬੰਦੀਆਂ ਥੋੜੀ ਜਿਹੀ ਫ੍ਰਿਕਸ਼ਨ ਹੋ ਗਈ, ਉਹਦੇ ਨਾਲ ਜਿਹੜਾ ਉਹ ਪ੍ਰੈਸ਼ਰ ਸੀਗਾ ਥੋੜਾ ਜਿਹਾ ਘਟ ਗਿਆ। ਤੇ ਜਿਹੜੀ MSP ਵਾਸਤੇ ਕਮੇਟੀ ਵਗੈਰਾ ਬਣਨੀ ਸੀਗੀ, ਉਹਦੀਆਂ ਵੀ ਅਜੇ ਗੱਲਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਕਿ ਸਰਕਾਰ ਜਿਹੜੀ ਆ ਹੁਣ ਸ਼ਾਇਦ ਉਨੀ ਗੰਭੀਰਤਾ ਨਾਲ ਕਿਸਾਨ ਜਥੇਬੰਦੀਆਂ ਨੂੰ ਨਹੀਂ ਲੈ ਰਹੀ ਜਿਸ ਤਰ੍ਹਾਂ ਦਾ ਪ੍ਰੈਸ਼ਰ ਪਹਿਲਾਂ ਬਣਿਆ ਹੋਇਆ ਸੀਗਾ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਜੇਕਰ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਮੁੜ ਧਿਆਨ ਨਹੀਂ ਦਿੰਦੀ, ਜਿਹੜੀ MSP ਦਾ ਵਾਅਦਾ ਕੀਤਾ ਉਹ ਪੂਰਾ ਨਹੀਂ ਕਰਦੀ, ਜਾਂ ਹੋਰ ਵੀ ਕਿਸਾਨੀ ਮੰਗਾਂ ਦੇ ਜਿਹੜੇ ਵਾਅਦੇ ਉਹਨਾਂ ਨੇ ਕਮਿਟਮੈਂਟ ਕੀਤੀ ਹੋਈ ਵੀ ਅਸੀਂ ਕਰਾਂਗੇ ਉਹ ਨਹੀਂ ਕਰਦੇ, ਤਾਂ ਕੀ ਅੱਗੇ ਵਰਗਾ ਕੋਈ ਅੰਦੋਲਨ ਖੜਾ ਕੀਤਾ ਜਾ ਸਕਦਾ, ਜਾਂ ਫਿਰ ਪੰਜਾਬ ਅੱਗੇ ਵਾਂਗੂ ਲੀਡ ਲੈ ਸਕਦਾ? ਜਿਸ ਤਰੀਕਾ ਦੇ ਹੁਣ ਸਿਆਸੀ ਪਾਰਟੀਆਂ ਵਖਰੇਵੇਂ ਪੈਦਾ ਕਰ ਰਹੀਆਂ ਨੇ, ਪੰਜਾਬ ਹਰਿਆਣੇ ਦੇ ਪਾਣੀਆਂ ਦੇ ਨਾਂ ਤੇ, SYL ਦੇ ਨਾਂ ਤੇ, ਬੋਲੀ ਦੇ ਨਾਂ ਤੇ, ਚੰਡੀਗੜ੍ਹ ਦੇ ਨਾਂ ਤੇ, ਕੀ ਉਹ ਮਾਹੌਲ ਦੁਬਾਰਾ ਸਿਰਜਿਆ ਜਾ ਸਕਦਾ? ਇਹਦੇ ਬਾਅਦ ਦੇਖੋ ਹਰਜੀਤ, ਜਿਹੜਾ ਅੰਦੋਲਨ ਹੋਇਆ ਉਹਨੇ ਇੱਕ ਸਮਾਜਿਕ ਕੈਪੀਟਲ ਪੈਦਾ ਕੀਤਾ ਹੈ। ਉਹ ਸਮਾਜਿਕ ਕੈਪੀਟਲ ਇੱਕ ਤਾਂ ਹੈਗਾ ਭਾਈਚਾਰਾ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ 'ਚ ਬਿਲਡ ਕੀਤਾ ਹੈਗਾ, ਜਿਹਨੂੰ ਪੋਲੀਟੀਕਲ ਪਾਰਟੀਆਂ ਤੋੜਨਾ ਚਾਹੁੰਦੀਆਂ ਨੇ ਪਰ ਅਜੇ ਵੀ ਕਾਇਮ ਹੈ। ਦੂਸਰਾ, ਉਹਨਾਂ ਨੇ ਕਿਸਾਨ ਜਥੇਬੰਦੀਆਂ 'ਚ ਯੂਨਿਟੀ ਪੈਦਾ ਕੀਤੀ ਸੀਗੀ, ਉਹ ਸਰਮਾਇਆ ਅਜੇ ਕਾਇਮ ਹੈ ਔਰ ਬਿਲਡ ਕੀਤਾ ਜਾ ਸਕਦਾ। ਇਹਨੂੰ ਥੋੜ੍ਹਾ ਸਮਾਂ ਲੱਗੂਗਾ, ਲੇਕਿਨ ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਮੁੜ ਸੋਚ ਕੇ ਜਿਹੜੀ ਇਹਦੀਆਂ ਵੰਡੀਆਂ ਨੇ ਕਿ ਕਿਸੇ ਨੇ ਇਲੈਕਸ਼ਨ ਲੜ ਲਈ, ਜੇ ਗਲਤੀ ਹੋ ਗਈ ਆ ਤਾਂ ਉਹਨੂੰ ਇਗਨੋਰ ਕਰਕੇ ਤੇ ਫਿਰ ਯੂਨਿਟੀ ਵੱਲ ਮੂਵ ਕਰਨਾ ਚਾਹੀਦਾ, ਤਾਂ ਹੀ ਕਿਸਾਨ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾ ਸਕਣਗੀਆਂ। ਕਿਉਂਕਿ ਮਸਲੇ ਇੰਨੇ ਵੱਡੇ ਨੇ, ਇਹ ਛੋਟੇ ਅੰਦੋਲਨ ਨਾਲ ਨਹੀਂ ਹੱਲ ਹੋਣ ਵਾਲੇ ਮਸਲੇ। ਜਿਵੇਂ MSP ਦਾ ਲੀਗਲ ਸਟੇਟਸ ਕਰਨਾ ਹੈ, ਇਹ ਬਹੁਤ ਵੱਡੀ ਗੱਲ ਹੈ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਲੀਗਲ ਨਾ ਕਰਨ ਦੇ ਕਾਰਨ ਜਿਹੜੇ ਹਿੰਦੁਸਤਾਨ ਦੇ ਕਿਸਾਨ ਨੇ, ਉਹਨਾਂ ਨੂੰ ਜਿੱਥੇ MSP ਨਹੀਂ ਮਿਲਦੀ ਉੱਥੇ 25 ਤੋਂ 30% ਘੱਟ ਕੀਮਤ 'ਤੇ ਆਪਣੀ ਫਸਲ ਵੇਚਣੀ ਪੈਂਦੀ ਹੈ। ਤੇ ਇਸ ਕਰਕੇ ਕੁਝ ਅਰਥਸ਼ਾਸਤਰੀਆਂ ਨੇ ਇਹਦਾ ਅੰਦਾਜ਼ਾ ਲਾਇਆ ਕਿ ਹਰ ਸਾਲ ਹਿੰਦੁਸਤਾਨ ਦੇ ਕਿਸਾਨਾਂ ਨੂੰ 1 ਲੱਖ ਕਰੋੜ ਜਿਹੜਾ ਘੱਟ ਆਮਦਨ ਹੋ ਰਹੀ ਹੈ। ਤਾਂ ਇਹ ਰੋਕਿਆ ਜਾ ਸਕਦਾ ਜੇ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੀਗਲ ਦਰਜਾ ਦਵਾ ਦਿੱਤਾ ਜਾਏ। ਇਹ ਦਿਵਾਉਣ ਵਾਸਤੇ ਫਿਰ ਲੰਬੀ ਤੇ ਵੱਡੀ ਸਟਰਗਲ ਕਰਨ ਦੀ ਜ਼ਰੂਰਤ ਹੈ, ਜਿਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਸੀਲੋ ਬਣਾਉਣ ਵਾਲੀ, ਜਿਹੜੇ ਕਾਸਟਲੀ ਹੈ ਕੰਮ ਹੈ, ਪੰਜਾਬ ਦੇ ਜਿਹੜੇ ਬੈਂਕਰਸ ਨੇ ਇਹਨਾਂ ਦੀ ਹਰ ਸਾਲ ਇੱਕ ਮੀਟਿੰਗ ਹੁੰਦੀ ਹੈ ਮਈ-ਜੂਨ ਦੇ ਮਹੀਨੇ ਦੇ ਵਿੱਚ, ਜਿਹਨੂੰ ਪੰਜਾਬ ਦਾ ਵਿੱਤ ਮੰਤਰੀ ਜਿਹੜਾ ਉਹ ਚੇਅਰ ਕਰਦਾ ਹੈ। ਤੇ ਪੰਜਾਬ ਦੇ ਵਿੱਚ ਜਿਹੜੀ ਐਡਵਾਂਸਡ ਡਿਪੋਜ਼ਿਟ ਰੇਸ਼ੋ ਹੈ ਉਹ ਬਹੁਤ ਲੋ ਹੈ ਤੇ ਬੈਂਕਾਂ ਦੇ ਕੋਲ ਕਾਫੀ ਧਨ ਪਿਆ ਹੈਗਾ, ਤੇ ਫੌਰੀ ਤੌਰ ਤੇ ਉਹ ਮੰਡੀਆਂ ਦੀਆਂ ਮਾਰਕੀਟ ਕਮੇਟੀਆਂ ਨੂੰ ਉੱਥੋਂ ਕਰਜ਼ੇ ਦਵਾਏ ਜਾ ਸਕਦੇ ਆ। ਤੇ ਜਿਹੜਾ ਮੰਡੀ ਫੀਸ ਤੋਂ ਪੈਸੇ ਇਕੱਠੇ ਹੁੰਦੇ ਨੇ ਜਾਂ ਰੂਰਲ ਡਿਵੈਲਪਮੈਂਟ ਫੰਡ ਹੈ, ਉਹਦੇ ਚੋਂ ਉਹ ਕਿਸ਼ਤਾਂ ਅਦਾ ਕੀਤੀਆਂ ਜਾ ਸਕਦੀਆਂ ਨੇ। ਤੇ ਸਾਨੂੰ ਹੌਲੀ ਹੌਲੀ ਜਿਹੜਾ ਹੈ ਉਸ ਪਾਸੇ ਜਿਹੜੀ ਫਸਲਾਂ ਦੀ ਸੰਭਾਲ ਵਾਸਤੇ ਜਿਹੜੇ ਮਾਡਰਨ ਤਰੀਕੇ ਨੇ, ਸਾਇੰਟੀਫਿਕ ਤਰੀਕੇ ਨੇ, ਸੀਲੋਜ਼ ਬਣਾਉਣੇ ਨੇ, ਕੋਲਡ ਸਟੋਰੇਜ ਬਣਾਉਣੇ ਨੇ, ਉਹਨਾਂ ਵੱਲ ਵਧਣਾ ਪੈਣਾ ਹੈਗਾ। ਤੇ ਇੱਧਰ ਜਾਣਾ ਪਏਗਾ। ਕਿਸਾਨ ਜਥੇਬੰਦੀਆਂ ਨੂੰ ਵੀ ਕੋਸ਼ਿਸ਼ ਕਰਨੀ ਪਏਗੀ,
ਸਰਕਾਰ ਨੂੰ ਵੀ ਕੋਸ਼ਿਸ਼ ਕਰਨੀ ਪਏਗੀ। ਤੇ ਜ਼ਰੂਰੀ ਨਹੀਂ ਕਿ ਮੰਡੀਆਂ ਜਿਹੜੀਆਂ ਨੇ ਜਾਂ ਸਰਕਾਰਾਂ ਆਪਣੇ ਕੋਲ ਪੈਸੇ ਖਰਚ ਕਰਨ। ਬੈਂਕਾਂ 'ਚ ਪੈਸੇ ਕਾਫੀ ਪਏ ਨੇ ਪੰਜਾਬ ਦੇ ਲੋਕਾਂ ਦੇ, ਉਹਨਾਂ ਬੈਂਕਾਂ ਨੂੰ ਮੰਡੀਆਂ ਨੂੰ ਉਧਾਰ ਦਵਾਇਆ ਜਾ ਸਕਦਾ ਹੈ। ਤੇ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਇਹ ਜਿਹੜੇ ਮੰਡੀ ਫੀਸ ਦੇ ਪੈਸੇ ਨੇ ਉਹਨੂੰ ਸੰਗਤ ਦੇਸ਼ ਦਰਸ਼ਨ ਦੇ ਰੂਪ ਵਿੱਚ ਜਾਂ ਕਰਜ਼ੇ ਮਾਫ ਕਰਨ ਦੇ ਵਾਸਤੇ ਵਰਤੇ ਸੀ, ਉਹਨਾਂ ਨੂੰ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਤੇ ਸਟੋਰੇਜ ਡਿਵੈਲਪਮੈਂਟ ਕਰਨ ਵਾਸਤੇ ਤੇ ਮੰਡੀਆਂ ਦੀ ਮੀਨੀਕਰਨ ਕਰਨ ਵਾਸਤੇ ਵਰਤਣਾ ਚਾਹੀਦਾ ਹੈ। ਇਹ ਪੋਸੀਬਲ ਹੈ, ਸੰਭਵ ਹੈ ਤੇ ਪੰਜਾਬ ਕਰਕੇ ਦਿਖਾ ਸਕਦਾ ਹੈ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਬਹੁਤ ਸਾਰੇ ਹੋਰ ਰਿਫਾਰਮ ਜਿਹੜੇ ਨੇ ਉਹ ਕਰਨੇ ਜ਼ਰੂਰੀ ਨੇ ਇਸ ਵੇਲੇ ਸਾਨੂੰ। ਉਹਨਾਂ ਰਿਫਾਰਮ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਡਿਵਰਸੀਫਿਕੇਸ਼ਨ ਦਾ ਲਗਾਤਾਰ ਗੱਲ ਹੁੰਦੀ ਰਹੀ ਆ, ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਗੱਲ ਆ, ਬਿਜਲੀ ਦਾ ਸੰਕਟ ਵੀ ਉਹਦੇ ਨਾਲ ਜੁੜਿਆ ਹੋਇਆ ਕਿ ਅਸੀਂ ਧਰਤੀ ਦੇ ਥੱਲੇੋਂ ਪਾਣੀ ਕੱਢਣ ਲਈ ਮੋਟਰਾਂ ਦਾ ਇਸਤੇਮਾਲ ਕਰਦੇ ਹਾਂ। ਤੇ ਜਿਹੜੀਆਂ ਸਰਕਾਰ ਨੂੰ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਕੁਝ ਇੱਕ ਚੀਜ਼ਾਂ ਜਿੱਦਾਂ ਦਾਲਾਂ ਨੇ ਜਾਂ ਹੋਰ ਚੀਜ਼ ਆ ਉਹਦੇ ਤੇ MSP ਜਿਹੜੀ ਆ ਉਹ ਦੇਣ ਦਾ ਅਗਰ ਸਰਕਾਰ ਯਤਨ ਕਰੇ ਤੇ ਕਿਸਾਨ ਜਿਹੜੇ ਨੇ ਉਹ ਪੈਡੀ ਤੋਂ ਕਿਸੇ ਤਰ੍ਹਾਂ ਬਚਾਅ ਕਰ ਸਕਦੇ ਆ ਜਾਂ ਨਹੀਂ, ਜਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਉੱਥੇ ਹੀ ਜੁੜੀ ਹੋਈ ਆ ਕਿ ਨਹੀਂ ਜੀ ਇਹ ਫਸਲ ਸਾਡੇ ਲਈ ਸੌਖੀ ਆ ਤੇ ਇਹ ਕੰਮ ਆਰਾਮ ਵਾਲਾ ਇਹ ਕਰ ਸਕਦੇ ਅਸੀਂ। ਇਹਦੇ ਲਈ ਕੋਈ ਹੋਰ ਵੱਡੀ ਚੇਤਨਾ ਦੀ ਲਹਿਰ ਉਸਾਰਨ ਦੀ ਲੋੜ ਆ ਕਿਸਾਨ ਜਥੇਬੰਦੀਆਂ ਨੂੰ, ਜਾਂ ਤੁਹਾਡੇ ਵਰਗੇ ਜਿਹੜੇ ਵਿਦਵਾਨ ਨੇ ਉਹ ਲੋਕਾਂ ਨੂੰ ਜਾ ਕੇ ਗੱਲ ਸਮਝਾ ਸਕਦੇ ਆ ਕਿ ਪੰਜਾਬ ਦੇ এনवायरमेंट ਨੂੰ ਬਚਾਉਣ ਲਈ, ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਤੇ ਪੰਜਾਬ ਦਾ ਜਿਹੜਾ ਆਰਥਿਕ ਮੰਦਵਾੜੇ ਚੋਂ ਬਾਹਰ ਨਿਕਲਣ ਲਈ ਸਾਨੂੰ ਕੁਝ ਇੱਕ ਚੀਜ਼ਾਂ ਦੀ ਆਪ ਵੀ ਤਬਦੀਲੀ ਕਰਨੀ ਪੈਣੀ ਆ। ਉਹਦੇ ਲਈ ਕੁਛ ਨਾ ਕੁਛ ਯਤਨ ਕਰਨੇ ਚਾਹੀਦੇ ਆ। ਮੈਨੂੰ ਲੱਗਦਾ ਸਰਕਾਰਾਂ ਜਦੋਂ ਕਰਦੀਆਂ ਲੋਕ ਉਹਨੂੰ ਬਹੁਤਾ ਹੰਗਾਰਾ ਨਹੀਂ ਦਿੰਦੇ। ਜੇ ਸਿਵਲ ਸੁਸਾਇਟੀ ਵੱਲੋਂ ਜਾਂ ਕੁਝ ਕਿਸਾਨ ਜਥੇਬੰਦੀਆਂ ਅੱਗੇ ਆ ਕੇ ਖੁਦ ਰਿਫਾਰਮ ਕਰਨ ਵਾਲੇ ਪਾਸੇ ਆਉਣ ਤੇ ਮੇਰੇ ਖਿਆਲ ਉਹਨੂੰ ਹੰਗਾਰਾ ਜ਼ਿਆਦਾ ਮਿਲ ਸਕਦਾ। ਜਿਹੜੀ ਡਿਵਰਸੀਫਿਕੇਸ਼ਨ ਦਾ ਮੁੱਦਾ ਹੈ ਨਾ ਗੁਰਜੀਤ, ਹਾਂਜੀ, ਉਹਦੇ 'ਚ ਦੋ ਸਮੱਸਿਆਵਾਂ ਨੇ। ਇੱਕ ਤਾਂ ਜਿਹੜੀ ਕਣਕ ਝੋਨੇ ਤੋਂ ਬਦਲਦੀਆਂ ਵੀ ਕ੍ਰਾਪਸ ਦੇ ਰਹੇ ਆ, ਜਿਹਦੇ 'ਚ ਦਾਲਾਂ ਨੇ, ਤੇਲ ਵਾਲੇ ਬੀਜ ਨੇ, ਗੰਨਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਜੇ ਸਰਕਾਰ ਉਹਦੀ ਮਿਨੀਮਮ ਸਪੋਰਟ ਪ੍ਰਾਈਸ ਦੇ ਦੇ ਤਾਂ ਕਾਫੀ ਪੰਜਾਬ ਦੇ ਕਿਸਾਨ ਉੱਧਰ ਚਲੇ ਜਾਣਗੇ। ਜਿਹੜੇ ਸਰਵੇ ਹੋਏ ਨੇ ਹੁਣ ਤੱਕ ਉਹ ਇਹ ਦੱਸਦੇ ਨੇ ਕਿ ਪੰਜਾਬ ਦੇ ਕਿਸਾਨ ਬੜੇ ਚਤੰਨੇ ਇਸ ਬਾਰੇ ਵੀ ਸਾਡਾ ਪਾਣੀ ਖਤਮ ਹੋ ਰਿਹਾ, ਔਖੇ ਹੋ ਕੇ ਅਸੀਂ ਫਸਲਾਂ ਪ੍ਰੋਡਿਊਸ ਕਰ ਰਹੇ ਹਾਂ, ਜਿਹੜੀਆਂ ਟ੍ਰੈਡੀਸ਼ਨਲ ਫਸਲਾਂ ਦੀ ਮਾਰਕੀਟਿੰਗ ਵਿੱਚ ਸਮੱਸਿਆਵਾਂ ਆ ਰਹੀਆਂ ਨੇ, ਤਾਂ ਉਹ ਚੇਤਨ ਨੇ, ਉਹ ਚਲੇ ਜਾਣਗੇ ਉਸ ਪਾਸੇ ਜੇ ਉਹਨਾਂ ਦੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਸਰਕਾਰ ਅਨਾਉਂਸ ਕਰਦੀ ਆ ਉਹ ਦੇਣੀ ਸ਼ੁਰੂ ਕਰ ਦੇ। ਜਿਹੜੀਆਂ 23 ਕਮੋਡਿਟੀ ਤੇ ਮਿਨੀਮਮ ਸਪੋਰਟ ਪ੍ਰਾਈਸ ਦੀ ਗਰੰਟੀ ਬਣ ਜੇ ਤਾਂ ਪੰਜਾਬ ਦੀ ਡਿਵਰਸੀਫਿਕੇਸ਼ਨ ਵਾਸਤੇ ਪਹਿਲਾ ਵੱਡਾ ਕਦਮ ਹੋ ਸਕਦਾ ਹੈਗਾ। ਕਿਉਂ ਪੰਜਾਬ ਦੇ ਲੋਕਾਂ ਨੇ ਸੂਰਜਮੁਖੀ ਦਾਲਾਂ ਬੀਜ ਕੇ ਇੱਦਾਂ ਦੀਆਂ ਫਸਲਾਂ ਦੇਖ ਕੇ ਬੀਜ ਕੇ ਦੇਖ ਲਿਆ, ਲੇਕਿਨ ਸਰਕਾਰ ਖਰੀਦਦੀ ਨਹੀਂ ਹੈ। ਸੋ ਇਸ ਕਰਕੇ ਜੇ ਮੰਡੀਕਰਨ ਦਾ ਪ੍ਰਬੰਧ ਹੋ ਜੇ ਠੀਕ, ਜੇ 23 ਕਮੋਡਿਟੀ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਣ ਲੱਗ ਜੇ ਤਾਂ ਕਾਫੀ ਪੰਜਾਬ ਦੇ ਕਿਸਾਨ ਜਿਹੜੇ ਨੇ ਉੱਧਰ ਚਲੇ ਜਾਣਗੇ। ਦੂਸਰੀ ਗੱਲ ਇਹ ਆ ਕਿ ਜਿਹੜੀ ਰਿਸਰਚ ਏਜੰਡਾ ਹੈਗਾ, ਜੇ ਸਰਕਾਰ ਨੂੰ PAU ਵਿੱਚ ਇੰਟਰਸਟ ਲੈ ਕੇ ਕਰਨਾ ਚਾਹੀਦਾ ਕਿ ਜਿਹੜੀਆਂ ਫਸਲਾਂ ਸੁਝਾ ਰਹੇ ਨੇ ਕਿ ਇੱਧਰ ਕਿਸਾਨਾਂ ਨੂੰ ਜਾਣਾ ਚਾਹੀਦਾ, ਉਹਨਾਂ ਦੀਆਂ ਵੈਰਾਈਟੀਜ਼ ਦੇ ਵਿੱਚ ਰਿਸਰਚ ਕਰਨ ਦੀ ਜ਼ਰੂਰਤ ਹੈ ਕਿ ਉਹ ਫਸਲਾਂ ਜਿਨ੍ਹਾਂ 'ਚ ਪਾਣੀ ਘੱਟ ਮੰਗਦੀਆਂ ਨੇ ਤੇ ਝਾੜ ਘੱਟ ਹੈ, ਉਹਨਾਂ ਦਾ ਝਾੜ ਵਧਾ ਲਿਆ ਜਾਵੇ ਤੇ ਨਾਲ ਜੇ ਕੀਮਤ ਮਿਲ ਜੇ ਤੇ ਪੰਜਾਬ ਦੇ ਕਿਸਾਨ ਉੱਧਰ ਨੂੰ ਤੁਰ ਜਾਣਗੇ ਬੜੀ ਜਲਦੀ। ਤੇ ਇਹ ਪੰਜਾਬ ਦੇ ਕਿਸਾਨ ਚੇਤਨ ਨੇ। ਇਸ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ NGO ਕੰਮ ਕਰ ਰਹੇ ਨੇ ਔਰ ਇਹ ਚੇਤਨਤਾ ਫੈਲਾ ਰਹੇ ਨੇ, ਔਰ ਬੁੱਧੀਜੀਵੀ ਵੀ ਜਿਹੜੇ ਨੇ ਉਹ ਇਸ ਗੱਲ ਬਾਰੇ ਚੇਤਨ ਨੇ। ਤੇ ਮੈਂ ਸਮਝਦਾ ਕਿ ਜੇ ਤਿੰਨ ਐਲੀਮੈਂਟ ਇਕੱਠੇ ਹੋ ਜਾਣ, ਕਿਸਾਨ ਤੇ ਐਕਸਪਰਟਸ ਔਰ ਸਰਕਾਰ, ਤਾਂ ਇਹ ਕੰਮ ਔਖਾ ਨਹੀਂ ਹੈ। ਪਰ ਜਿੰਨੀ ਦੇਰ ਤੱਕ ਸੈਂਟਰ ਗਵਰਨਮੈਂਟ ਦੀ ਇਹ ਗੱਲ ਕਰਦੀ, ਪੰਜਾਬ ਵਿੱਚ ਸਰਕਾਰ ਕੁਛ ਆਪਣੇ ਤੌਰ 'ਤੇ ਕੁਛ ਸਟੈਪ ਲੈ ਸਕਦੀ ਹੈ। ਜਿਵੇਂ ਦਾਲ ਆਟਾ ਸਕੀਮ ਦੇ ਵਿੱਚ ਸਰਕਾਰ ਦਾਲਾਂ ਜਿਹੜੀਆਂ ਨੇ ਬਾਹਰੋਂ ਖਰੀਦ ਕੇ ਮਹਿੰਗੇ ਭਾਅ 'ਤੇ ਲੋਕਾਂ ਨੂੰ ਵੰਡਦੀ ਹੈ। ਐਟਲੀਸਟ ਪੰਜਾਬ ਗਵਰਨਮੈਂਟ ਜਿਹੜੀ ਆ, ਜਿਵੇਂ ਦੁੱਧ ਦਾ ਹੀ ਮਿਨੀਮਮ ਸਪੋਰਟ ਪ੍ਰਾਈਸ ਅਨਾਉਂਸ ਕਰਦੀ ਹੈ, ਉਹ ਦਾਲਾਂ ਦੀ ਅਨਾਉਂਸ ਕਰਕੇ 500-600 ਕਰੋੜ ਦੀ ਪਰਚੇਜ਼ ਕਰਨੀ ਸ਼ੁਰੂ ਕਰ ਦੇ ਤਾਂ ਕਾਫੀ ਕਿਸਾਨ ਜਿਹੜੇ ਦਾਲਾਂ ਵੱਲ ਨੂੰ ਚਲੇ ਜਾਣਗੇ। ਇਸ ਤਰ੍ਹਾਂ ਬਾਜਰਾ ਹੈ, ਬਾਜਰਾ ਪੰਜਾਬ ਦੇ ਵਿੱਚ ਕਰਨਾਟਕਾ ਜੋ ਆ ਕੇ 100-125 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ। ਤਾਂ ਜੇ ਇਹਦੀ ਖਰੀਦ ਹੋ ਜੇ ਔਰ ਕੋਈ ਏਜੰਸੀ ਬਣ ਜਾਵੇ, ਮਾਰਕੀਟ ਕੋਈ ਖਰੀਦ ਲੇ, ਤਾਂ ਇਹਦੇ ਨਾਲ ਜਿਹੜਾ ਕਾਫੀ ਕਿਸਾਨ ਜਿਹੜੇ ਨੇ ਉਹ ਇਸ ਪਾਸੇ ਨੂੰ ਚਲੇ ਜਾਣਗੇ। ਤੋ ਜਿਹੜੀ ਕੁਛ ਪ੍ਰਬੰਧ ਜਿਹੜੇ ਲੋਕਲ ਲੈਵਲ 'ਤੇ ਵੀ ਸਾਨੂੰ ਸੋਚਣੇ ਪੈਣੇ ਨੇ, ਔਰ ਕੁਛ ਸਟੋਰੇਜ ਜਿਹੜੀ ਹੈ ਉਹ ਕਿਸਾਨਾਂ ਵੱਲੋਂ ਵੀ ਬਿਲਡ ਕਰਨੀ ਪੈਣੀ ਹੈ, ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ ਹੈ। ਤੋ ਇਹ ਕੰਮ ਸਾਨੂੰ ਕੁਛ ਲੋਕਲ ਲੈਵਲ 'ਤੇ ਵੀ ਕਰਨੇ ਪੈਣੇ ਆ, ਕੁਛ ਨੈਸ਼ਨਲ ਲੈਵਲ 'ਤੇ
ਕਰਨੇ ਪੈਣੇ ਆ। ਤੇ ਇਹ ਹੰਬੜਾ ਮਾਰ ਕੇ ਅਸੀਂ ਇਸ ਜਿਹੜੀ ਪਾਣੀ ਦੀ ਸਮੱਸਿਆ ਹੈ ਤੇ ਜਿਹੜਾ ਡਿਵਰਸੀਫਿਕੇਸ਼ਨ ਜੁੜੀ ਹੋਈ ਗੱਲ ਹੈ, ਇਹਨੂੰ ਅਸੀਂ ਹੱਲ ਕਰਨ ਦੇ ਵਿੱਚ ਕੁਛ ਹੱਦ ਤੱਕ ਕਾਮਯਾਬ ਹੋ ਸਕਦੇ ਹਾਂ ਤੇ ਪੰਜਾਬ ਨੂੰ ਮੁੜ ਜਿਹੜਾ ਉਹਦੀ ਪੁਨਰ ਸਰਜੀਤੀ ਵਾਸਤੇ ਕੰਮ ਕਰ ਸਕਦੇ ਹਾਂ। ਡਾਕਟਰ ਸਾਹਿਬ, ਜਿਹੜਾ ਬਹੁਤ ਵੱਡਾ ਕਰਜ਼ਾ ਆ ਪੰਜਾਬ ਦੇ ਸਿਰ, ਕੇਜਰੀਵਾਲ ਹੋਰਾਂ ਨੇ ਇਲੈਕਸ਼ਨ ਦੇ ਦੌਰਾਨ ਕਿਹਾ ਸੀਗਾ ਕਿ ਸਾਡੇ ਕੋਲ ਪਹਿਲਾਂ ਅਸੀਂ ਇਹ 'ਤੇ ਹੋਮਵਰਕ ਕੀਤਾ ਹੋਇਆ ਕਿ ਇੰਨੇ ਹਜ਼ਾਰ ਕਰੋੜ ਰੁਪਈਆ ਅਸੀਂ ਰੇਤ ਦੇ ਚੋਂ ਰੋਕ ਲੈਣਾ, ਇੰਨਾ ਹੀ ਭ੍ਰਿਸ਼ਟਾਚਾਰ ਰੋਕ ਕੇ ਜਿਹੜੀ ਲੀਕੇਜ ਹੋ ਰਹੀ ਹੈ ਚੀਜ਼ਾਂ ਦੀ ਉਹ ਤੋਂ ਕਰ ਲੈਣਾ ਹੈ। ਉਹ ਕੋਈ ਸਾਹਮਣੇ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਕਿ ਕੋਈ ਉਹਨਾਂ ਨੇ ਉਹਦੇ ਲਈ ਸਵਾਏ ਭ੍ਰਿਸ਼ਟਾਚਾਰ ਦੇ ਇੱਕ ਨੰਬਰ ਤੋਂ ਤੇ ਕੁਝ ਇੱਕ ਡਰ ਦੇ ਮਾਹੌਲ 'ਚ ਬਣਨ ਤੋਂ ਇਲਾਵਾ ਕੋਈ ਬਹੁਤ ਜ਼ਿਆਦਾ ਕੋਈ ਪਾਲਿਸੀ ਮੈਟਰ ਸਾਹਮਣੇ ਨਹੀਂ ਆਇਆ। ਨਾ ਜਿੱਦਾਂ ਸ਼ਰਾਬ ਦਾ ਮਾਫੀਆ ਸੀ ਉਹਦੇ ਪ੍ਰਤੀ ਕੋਈ ਆਇਆ, 3 ਮਹੀਨਿਆਂ ਲਈ ਅੱਗੇ ਜ਼ਰੂਰ ਪਾ ਦਿੱਤਾ ਉਹਨਾਂ ਨੇ। ਰੇਤ ਉੱਤੇ ਕੋਈ ਬਹੁਤ ਜ਼ਿਆਦਾ ਕੋਈ ਪਾਲਿਸੀ ਮੇਕਿੰਗ ਨਹੀਂ ਦਿਖ ਰਹੀ, ਇੱਕਾ ਦੁੱਕਾ ਛਾਪੇ ਵੱਜ ਰਹੇ ਨੇ। ਇਸੇ ਤਰ੍ਹਾਂ ਮੈਂ ਦੇਖ ਰਿਹਾ ਮੀਤ ਹੇਅਰ ਮਿਨਿਸਟਰ ਬਣੇ ਨੇ ਐਜੂਕੇਸ਼ਨ ਦੇ, ਬੜੇ ਐਕਟਿਵ ਤੇ ਨੌਜਵਾਨ ਨੇ ਕਹਿੰਦੇ, ਪਰ ਉਹਨਾਂ ਦੀ ਕੋਈ ਕਾਰਜਕਾਰੀ ਇੱਦਾਂ ਸਾਹਮਣੇ ਨਹੀਂ ਅਜੇ ਤੱਕ ਆਈ। ਜਾਂ ਤੇ ਉਹ ਸਟੱਡੀ ਕਰ ਰਹੇ ਆ ਜੇ ਵੀ ਕੀ ਕਰਨਾ ਚਾਹੀਦਾ, ਜਾਂ ਬਹੁਤ ਵੱਡੇ ਦਾਅਵੇ ਕਰਤੇ ਗਏ ਆ ਤੇ ਉਹ ਹੁਣ ਘਬਰਾਏ ਹੋਏ ਆ ਵੀ ਹੁਣ ਇੱਕਦਮ ਅਸੀਂ ਕਰੀਏ ਤੇ ਕੀ ਕਰੀਏ। ਇਸੇ ਤਰ੍ਹਾਂ ਹੀ ਮੈਨੂੰ 2-3 ਮੰਤਰੀ ਲੱਗਦੇ ਐਕਟਿਵ, ਜਿਨ੍ਹਾਂ 'ਚੋਂ ਆਪਣੇ ਕੁਲਦੀਪ ਧਾਲੀਵਾਲ ਹੋਰਾਂ ਦੇ ਬਿਆਨ ਮੈਂ ਦੇਖਦਾ ਰਹਿੰਦਾ, ਕੁਝ ਚੀਜ਼ਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਬਾਰੇ ਆਉਂਦੇ ਆ, ਜਾਂ ਕੁਝ ਇੱਕ ਹੋਰ 500 ਕਰੋੜ ਉਹਨਾਂ ਨੇ ਮੰਗਿਆ ਜਿਹੜੇ ਅਵਾਰਾ ਪਸ਼ੂ ਉਹਨਾਂ ਵਾਸਤੇ। ਪੰਜਾਬ ਦਾ ਮੁੱਦੇ ਤੇ ਜਿੱਥੇ ਹੱਥ ਲਾ ਲਈਏ ਉੱਥੇ ਹੀ ਕੋਈ ਵੱਡਾ ਮੁੱਦਾ ਖੜਾ ਹੈ। ਤੇ ਇੰਨੇ ਵੱਡੇ ਕਰਜ਼ੇ ਦੇ ਹੁੰਦਿਆਂ ਹੋਇਆਂ ਨਿੱਕੇ ਮੋਟੇ ਇਹੋ ਜਿਹੀ ਲੀਕੇਜ ਰੋਕਿਆ ਜਾਂ ਭ੍ਰਿਸ਼ਟਾਚਾਰ ਵਾਲੇ ਪਾਸੇ ਧਿਆਨ ਦਿੱਤਿਆਂ ਕਿਤੇ ਕਿਤੇ ਲੱਗਦਾ ਨਹੀਂ ਕਿ ਧਿਆਨ ਇੱਧਰ ਉੱਧਰ ਕਰਨ ਦੀ ਗੱਲ ਹੈ, ਕੋਈ ਬਹੁਤ ਗੰਭੀਰਤਾ ਨਾਲ ਮੰਥਨ ਕਰਕੇ ਕੋਈ ਨੀਤੀ ਪ੍ਰੋਗਰਾਮ ਨਹੀਂ ਅਜੇ ਘੜਿਆ ਗਿਆ। ਦੇਖੋ, ਜਿਹੜਾ ਇਹਨਾਂ ਨੇ ਮੈਨੀਫੈਸਟੋ ਦਿੱਤਾ ਨਾ ਆਪ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ, ਉਹ ਕੋਈ ਵੈਲ ਥਾਟ ਆਊਟ ਵਰਕਡ ਪ੍ਰੋਗਰਾਮ ਨਹੀਂ। ਉਹਦੇ 'ਚ ਫ੍ਰੀ ਬੀਜ ਜਿਹੜੀਆਂ ਨੇ ਉਹਦੇ 'ਤੇ ਜ਼ੋਰ ਸੀਗਾ। ਸੋ ਇਸ ਗੱਲ ਦੇ ਉੱਤੇ ਮੰਥਨ ਕਰਨਾ ਚਾਹੀਦਾ ਇਹਨਾਂ ਨੂੰ। ਇਹਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਨੂੰ, ਪੋਲੀਟੀਕਲ ਬੰਦਿਆਂ ਨੂੰ ਐਕਸਪਰਟਸ ਦੀ ਮਦਦ ਦੇ ਨਾਲ ਤੇ ਬਿਊਰੋਕ੍ਰੇਸੀ ਦੀ ਮਦਦ ਦੇ ਨਾਲ ਸੋਚ ਵਿਚਾਰ ਕਰਕੇ ਨੀਤੀਗਤ ਫੈਸਲੇ ਲੈਣੇ ਚਾਹੀਦੇ ਨੇ, ਜਿਹੜੇ ਅਜੇ ਤੱਕ ਨਜ਼ਰ ਨਹੀਂ ਆਉਂਦੇ। ਸੋ ਜੇ ਇਹ ਨੀਤੀਗਤ ਫੈਸਲੇ ਸੋਚ ਵਿਚਾਰ ਕੇ ਲੈਣ ਤਾਂ ਕਾਫੀ ਕੁਛ ਕਰਨ ਦੀਆਂ ਸੰਭਾਵਨਾਵਾਂ ਹੈਗੀਆਂ ਨੇ। ਔਰ ਇਹਨਾਂ ਸੰਭਾਵਨਾਵਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਕਲੀਗਸ ਨੇ ਪਟਿਆਲੇ ਤੋਂ ਇਹ ਵਰਕਆਊਟ ਕੀਤਾ ਕਿ 32,500 ਕਰੋੜ ਰੁਪਇਆ ਕਿੱਥੋਂ ਉਗਰਾਇਆ ਜਾ ਸਕਦਾ ਨਵੇਂ ਟੈਕਸ ਲਾਉਣ ਤੋਂ ਬਗੈਰ। ਉਹਦੇ ਵਾਸਤੇ ਬੜੀ ਸੰਜੀਦਗੀ ਨਾਲ ਕੰਮ ਕਰਨਾ ਪੈਣਾ, ਕਿਉਂਕਿ ਇਹ ਕਹਿਣਾ ਬੜਾ ਸੌਖਾ ਹੈ ਕਿ ਅਸੀਂ ਪਿਲਫਰੇਜ ਰੋਕ ਲਾਂਗੇ। ਪਿਲਫਰੇਜ ਜਦੋਂ ਤੁਸੀਂ ਰੋਕਣ ਦੀ ਕੋਸ਼ਿਸ਼ ਕਰਦੇ ਸਰਕਾਰੀ ਐਫਰਟ ਦੇ ਨਾਲ, ਉਹ ਅੰਡਰਗਰਾਊਂਡ ਚਲੇ ਜਾਂਦੀ ਹੈ। ਜਿਵੇਂ ਰੇਤਾ ਬਜਰੀ ਦੇ ਬਾਰੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਤਾਂ ਉਹਦੇ ਨਤੀਜਾ ਇਹ ਨਿਕਲਿਆ ਕਿ ਰੇਤਾ ਬਜਰੀ ਦੇ ਭਾਅ ਵੱਧ ਗਏ। ਉਹਨਾਂ ਨੇ ਖਾਣਾਂ ਦੇ ਵਿੱਚੋਂ ਰੇਤਾ ਬਜਰੀ ਕੱਢਣਾ ਘਟਾਤਾ ਔਰ ਸਪਲਾਈ ਘਟ ਗਈ ਤੇ ਪ੍ਰਾਈਸ ਵੱਧ ਗਈ। ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਤਜਰਬੇ ਨਾਲ, ਜਿਹੜੇ ਤਜਰਬੇ ਵਾਲੇ ਲੋਕ ਨੇ ਉਹਨਾਂ ਦੀ ਸਲਾਹ ਨਾਲ, ਬਿਊਰੋਕ੍ਰੇਸੀ ਦੀ ਸਲਾਹ ਦੇ ਨਾਲ ਗੱਲਬਾਤ ਕਰਕੇ ਸਟੇਕ ਹੋਲਡਰ ਨਾਲ ਕੰਸਲਟੇਸ਼ਨ ਕਰਨ ਤੋਂ ਬਾਅਦ ਕਰਨੇ ਚਾਹੀਦੇ। ਛਾਪੇਮਾਰੀ ਨਾਲ ਵੀ ਠੀਕ ਹੋਣੇ। ਤੇ ਇਹ ਜਿਹੜਾ ਪ੍ਰੋਗਰਾਮ ਹੈ ਛਾਪੇਮਾਰੀ ਦਾ, ਇਹ ਠੀਕ ਤਰ੍ਹਾਂ ਵਰਕ ਨਹੀਂ ਕਰਦਾ। ਤਾਂ ਮੈਂ ਸਮਝਦਾ ਕਿ ਇਹਨਾਂ ਨੇ ਇੱਕ ਗੱਲ ਠੀਕ ਕੀਤੀ ਹੈ ਕਿ ਇਹਨਾਂ ਦਾ ਜਿਹੜਾ 1,000 ਕਰੋੜ ਰੁਪਇਆ ਪਿਛਲੀ ਸਰਕਾਰ ਨੇ ਜਿਹੜਾ ਰੂਰਲ ਡਿਵੈਲਪਮੈਂਟ 'ਤੇ ਖਰਚ ਕਰਨ ਦੀ ਬਜਾਏ ਇੱਧਰ ਉੱਧਰ ਖਰਚ ਰਿਹਾ ਸੀਗਾ, ਸੈਂਟਰ ਗੌਰਮੈਂਟ ਨੇ ਸ਼ਰਤ ਲਾਤੀ ਕਿ ਜੇ ਤੁਸੀਂ ਇੰਸ਼ੋਰ ਨਹੀਂ ਕਰਦੇ ਕੋਈ ਪੈਸਾ ਤੁਸੀਂ ਰੂਰਲ ਡਿਵੈਲਪਮੈਂਟ 'ਤੇ ਖਰਚੋਗੇ, ਉਨੀ ਦੇਰ ਤੱਕ ਅਸੀਂ ਤੁਹਾਡੀ ਗ੍ਰਾਂਟ ਨਹੀਂ ਰਿਲੀਜ਼ ਕਰਦੇ। ਫਿਰ ਇਹਨਾਂ ਆਰਡੀਨੈਂਸ ਦਾ ਰਸਤਾ ਅਪਣਾਇਆ ਤਾਂ ਉਹਦਾ 1,1100 ਕਰੋੜ ਰੁਪਈਆ ਜਿਹੜਾ ਸੈਂਟਰ ਗੌਰਮੈਂਟ ਵੱਲੋਂ ਆਉਣ ਕਰਕੇ ਆਉਣਾ ਸੀਗਾ, ਉਹਦਾ ਰਾਹ ਖੁੱਲ੍ਹ ਗਿਆ। ਤਾਂ ਮੈਂ ਸਮਝਿਆ ਕਿ ਇਸ ਤਰ੍ਹਾਂ ਸੋਚ ਵਿਚਾਰ ਕੇ ਜੇ ਕੰਮ ਕਰਨ ਤਾਂ ਇਹ ਸੰਭਵ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਾ। ਕਰਜ਼ਾ ਜਿਹੜਾ ਰਿਟਾਇਰਮੈਂਟ ਹੈ, ਇਹਦੀ ਰੋਡ ਮੈਪ 5 ਸਾਲ ਦਾ 10 ਸਾਲ ਦਾ ਬਣਾਉਣਾ ਚਾਹੀਦਾ, ਕਿਉਂਕਿ ਜਿਹੜਾ ਕਰਜ਼ਾ ਬਣਿਆ ਨਾ, ਮੈਂ ਇੱਥੇ ਵਰਕਆਊਟ ਕੀਤਾ ਹੈਗਾ ਕਿ 1,19,000 ਕਰੋੜ ਰੁਪਇਆ ਪਿਛਲੇ ਜਿਹੜੇ ਲਾਸਟ 12 ਤੋਂ 17 ਦਾ ਪੀਰੀਅਡ ਹੈ ਉਹਦੇ 'ਚ ਹੋਇਆ, 99,000 ਕਰੋੜ ਰੁਪਈਆ 17 ਤੋਂ 22 ਦੇ ਦੌਰਾਨ ਹੋਇਆ। ਤੇ ਜੇ ਪ੍ਰੈਜ਼ੈਂਟ ਗੌਰਮੈਂਟ ਇਹ ਫੈਸਲਾ ਕਰ ਲੇ ਕਿ ਅਸੀਂ ਆਉਣ ਵਾਲੇ ਸਮੇਂ 'ਚ ਨਵਾਂ ਕਰਜ਼ਾ ਹੋਰ ਕੋਈ ਨਹੀਂ ਲੈਣਾ ਤੇ ਪੁਰਾਣੀ ਕਿਸ਼ਤਾਂ ਅਦਾ ਕਰਨੀਆਂ, ਤਾਂ ਉਹ 18-20,000 ਕਰੋੜ ਹਰ ਸਾਲ ਕਰਜ਼ਾ ਰਿਟਾਇਰ ਹੋਣਾ ਸ਼ੁਰੂ ਹੋ ਜਾਏਗਾ ਤੇ ਕਿਸ਼ਤਾਂ ਜਿਹੜੀਆਂ ਨੇ ਘੱਟ ਜਾਣਗੀਆਂ। ਇਹ ਤਾਂ ਪੋਸੀਬਲ ਹੈ। ਇਹ ਸਾਧਨਾਂ ਦੀ ਮੋਬਿਲਾਈਜੇਸ਼ਨ ਵਾਸਤੇ ਇਹ ਠੀਕ ਤਰ੍ਹਾਂ ਕੰਮ ਕਰਨ ਔਰ ਮੰਤਰੀ ਇਮਾਨਦਾਰੀ ਦੇ ਨਾਲ ਬਹੁਤ ਸਾਰੇ ਪ੍ਰੋਗਰਾਮ ਲਾਗੂ ਕਰਨ ਤੇ ਲੋਕਾਂ ਦੀ ਪਬਲਿਕ ਸਪੋਰਟ ਲੈਣ। ਇਸ ਵੇਲੇ ਪਬਲਿਕ ਸਪੋਰਟ ਇਹਨਾਂ ਦੇ ਨਾਲ ਹੈ।
ਔਰ ਮੈਂ ਸਮਝਦਾ ਕਿ ਇਹ ਕੈਪੀਟਲ ਜਿਹੜਾ ਹੈ ਇਹ ਆਪਰਚੁਨਿਟੀ ਇਹਨਾਂ ਨੂੰ ਖਰਾਬ ਨਹੀਂ ਕਰਨੀ ਚਾਹੀਦੀ, ਖਰੀਦਣਾ ਨਹੀਂ ਚਾਹੀਦਾ। ਇਸ ਤੋਂ ਇਹਦਾ ਫਾਇਦਾ ਉਠਾ ਕੇ ਰਿਸੋਰਸ ਮੋਬਿਲਾਈਜੇਸ਼ਨ ਵਾਸਤੇ ਬੜੀ ਸੰਜੀਦਗੀ ਨਾਲ ਸੋਚ ਵਿਚਾਰ ਕੇ ਨੀਤੀਗਤ ਫੈਸਲੇ ਲੈ ਕੇ ਉਹਦੇ 'ਤੇ ਵਰਕ ਕਰਨਾ ਚਾਹੀਦਾ। ਡਾਕਟਰ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਪ੍ਰੂਵ ਕਰਨਾ ਚਾਹੀਦਾ ਹੈ ਕਿ ਸਰਕਾਰ ਜਿਹੜੀ ਆ ਉਹ ਓਨੈਸਟ ਹੈ ਤੇ ਪੰਜਾਬ ਦੇ ਹਿੱਤ ਲਈ ਪੂਰਾ ਤਨ ਮਨ ਧਨ ਨਾਲ ਪੂਰਾ ਜ਼ੋਰ ਲਾ ਦੇਣਗੇ, ਤੇ ਫਿਰ ਕੀ ਇਦਾਂ ਸੰਭਵ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਰਜ਼ਾ ਅਗਲਾ ਨਾ ਲੈਣ ਪਰ ਜੇ ਕਿਸ਼ਤਾਂ ਘਟ ਜਾਣ ਥੋੜੇ ਪੈਸੇ ਦੇਈ ਜਾਣ, ਇਹ ਤਾਂ ਬੜਾ ਲੰਬਾ ਪ੍ਰੋਸੈਸ ਹੈ। ਕੀ ਕੋਈ ਇਦਾਂ ਗੱਲ ਤੇ ਮੇਰੀ ਆਈਡੀਅਲ ਜੀ ਲੱਗੂਗੀ, ਸ਼ਾਇਦ ਤੁਸੀਂ ਵੀ ਇਹਦੇ ਨਾਲ ਸਹਿਮਤ ਨਾ ਹੋ, ਜੇ ਸਰਕਾਰ ਸੱਚਮੁੱਚ ਦਿਖਾ ਦੇ 6 ਮਹੀਨੇ ਸਾਲ ਲੋਕਾਂ ਨੂੰ ਨੰਗੇ ਧੜ ਹੋ ਕੇ ਪੰਜਾਬ ਦੇ ਹਿੱਤ ਲਈ ਕੰਮ ਕਰਦੀ ਦਿਖੇ, ਤੇ ਕੱਲ ਨੂੰ ਜੇ ਸਰਕਾਰ ਦੇ ਪੱਖ ਤੋਂ ਕੋਈ ਇਦਾਂ ਦੀ ਅਪੀਲ ਆਵੇ ਕਿ ਆਪਾਂ ਇੱਕ ਵਾਰੀ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਆ, ਤੇ ਜਿਹੜੇ ਦੇਸ਼ ਵਿਦੇਸ਼ 'ਚ ਬੈਠੇ NRI ਆ ਜਾਂ ਪੰਜਾਬੀ ਵੀ ਉੱਥੇ ਬੈਠੇ ਆ ਜਿਹੜੇ ਸਹਿੰਦੇ ਆ, ਜਿੱਦਾਂ ਜਦੋਂ ਬਾਹਰ ਦੀ ਜੰਗ ਲੱਗੀ ਸੀ ਤੇ ਪ੍ਰਧਾਨ ਮੰਤਰੀ ਦੀ ਇੱਕ ਅਪੀਲ ਤੇ ਲੋਕਾਂ ਨੇ ਗਹਿਣੇ ਲਾ ਕੇ ਆਪਣੇ ਦੇ ਦਿੱਤੇ ਸੀਗੇ। ਪੰਜਾਬ ਨੂੰ ਬਚਾਉਣ ਦਾ ਦਾਅਵਾ ਕਰਨ ਵਾਲੇ ਜਿਹੜੇ ਲੋਕ ਨੇ ਬਹੁਤ ਨੇ, ਪਰ ਪੰਜਾਬ ਦੇ ਜਦੋਂ ਇਸ ਤਰ੍ਹਾਂ ਦਾ ਕੋਈ ਸੰਕਟ ਬਣਿਆ ਉਹਦੇ ਚੋਂ ਕੱਢਣ ਲਈ ਜੇ ਕੋਈ ਇਦਾਂ ਦਾ ਕੋਈ ਮੈਥਡ ਵੀ ਅਪਣਾਇਆ ਜਾਵੇ ਤੇ ਸ਼ਾਇਦ ਕੋਈ ਉਹਦੇ ਨਾਲ ਭਾਰ ਹੌਲਾ ਹੋ ਸਕਦਾ ਹੋਵੇ। ਨਹੀਂ, ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੰਟਰਨਲ ਸਾਧਨ ਬਹੁਤ ਜ਼ਿਆਦਾ ਨੇ। ਜਿਹੜੀ ਪੰਜਾਬ ਦੀ ਟੈਕਸ ਤੇ ਸਟੇਟ ਇਨਕਮ ਦੀ ਰੇਸ਼ੋ ਹੈ 6% ਹੈ ਤੇ ਨੈਸ਼ਨਲ ਲੈਵਲ ਤੇ 8.5-9% ਹੈ। ਤੇ ਜੇ ਅਸੀਂ ਇਹਨੂੰ ਠੀਕ ਕਰ ਲਈਏ ਤਾਂ ਇਹ ਗਹਿਣੇ ਗੁਣੇ ਕਿਸੇ ਤੋਂ ਲੈਣ ਦੀ ਲੋੜ ਨਹੀਂ ਹੈ। ਇਹ ਨੀਅਤ ਸਾਫ਼ ਕਰਕੇ ਜੇ ਕੰਮ ਕਰ ਲਈਏ ਤਾਂ ਪੰਜਾਬ ਆਪਣੇ ਆਪ ਇਹ ਚੀਜ਼ਾਂ ਕਰਨ ਦੇ ਸਮਰੱਥ ਹੈ। ਤਾਂ ਮੈਂ ਸਮਝਦਾ ਕਿ ਨੀਅਤ ਦੇ ਨਾਲ ਨਾਲ ਜਿਹੜੀ ਅਕਲ ਵੀ ਠੀਕ ਤਰ੍ਹਾਂ ਵਰਤਣ ਦੀ ਜ਼ਰੂਰਤ ਹੈ, ਔਰ ਇਹ ਜੇ ਠੀਕ ਤਰ੍ਹਾਂ ਵਰਤ ਲਈਏ ਤੇ ਪੰਜਾਬ ਜਿਹੜਾ ਹੈ ਆਪਣੇ ਪੈਰਾਂ ਸਿਰ ਮੁੜ ਖੜਾ ਹੋਣ ਦੀ ਕਾਬਲੀਅਤ ਰੱਖਦਾ ਹੈ। ਤੇ ਬਾਹਰ ਦੇ ਬੰਦੇ ਜਿਹੜੇ ਨੇ ਉਹ ਸਲਾਹ ਜ਼ਰੂਰ ਦੇ ਸਕਦੇ ਨੇ, ਜਿਵੇਂ ਇੱਥੇ ਆਪਾਂ ਦੇਖਦੇ ਹਾਂ ਕਿ ਲੋਕਾਂ 'ਚ ਟੈਕਸ ਕੰਪਲਾਇੰਸ ਦੀ ਬਹੁਤ ਅੱਛੀ ਆਦਤ ਹੈ, ਤੇ ਜੇ ਪੰਜਾਬ ਦੇ ਲੋਕ ਇਮਾਨਦਾਰੀ ਨਾਲ ਟੈਕਸ ਦੇਣਾ ਸ਼ੁਰੂ ਕਰ ਦੇਣ ਤੇ ਇਹ ਜਿਹੜੀ ਟੈਕਸ ਦੀ ਉਗਰਾਹੀ ਦੇ ਵਿੱਚ ਕੋਈ ਜਿਹੜੀਆਂ ਕਮੀਆਂ ਨਾ ਹੋਣ, ਲੋਕਾਂ ਨੂੰ ਸਹੂਲਤਾਂ ਮਿਲਣ, ਤੇ ਬਹੁਤ ਸਾਰਾ ਜਿਹੜਾ ਕੰਮ ਹੈ ਇੰਟਰਨਲੀ ਕੀਤਾ ਜਾ ਸਕਦਾ ਹੈ। ਤੇ ਜਿਹੜੇ ਨੀਤੀਗਤ ਫੈਸਲੇ ਲੈਣੇ ਨੇ ਉਹਦੇ 'ਚ ਬਾਹਰਲਿਆਂ ਲੋਕਾਂ ਦੇ ਤਜਰਬੇ ਐਕਸਪੀਰੀਅੰਸ ਜਿਹੜੇ ਨੇ ਉਹਨਾਂ ਨੂੰ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ, ਔਰ ਸਲਾਹ ਦੇ ਨਾਲ ਨਾਲ ਕੁਛ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਕਿ ਇੱਥੇ ਆਣ ਕੇ ਜੇ ਕੋਈ ਪਿੰਡ ਨੂੰ ਅਡਾਪਟ ਕਰ ਲੈਣ ਜਾਂ ਕੁਛ ਜਿਹੜੇ ਇਨਵੈਸਟਮੈਂਟ ਕਰਕੇ ਨਵੇਂ ਕਾਰਖਾਨੇ ਵਗੈਰਾ ਲਗਾ ਲੈਣ, ਇਨਵੈਸਟਮੈਂਟ ਕਰਨ, ਬਿਜ਼ਨਸ ਪ੍ਰਮੋਟ ਕਰਨ, ਇੱਦਾਂ ਦੀ ਮਦਦ ਉਹਨਾਂ ਤੋਂ ਲੈਣੀ ਚਾਹੀਦੀ ਹੈ। ਮੁਫਤਖੋਰੇ ਵੱਲ ਨਹੀਂ ਜਾਣਾ ਚਾਹੀਦਾ ਤੇ ਨਾ ਹੀ ਮੁਫਤਖੋਰੇ ਲੋਕਾਂ ਨੂੰ ਬਣਾਉਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਇੱਕ ਲਾਸਟ ਵਿੱਚ ਥੋੜਾ ਬਰੀਫ ਰੱਖ ਕੇ ਆਪਾਂ ਗੱਲ ਕਰ ਲੈਂਦੇ ਆ। ਤੁਹਾਨੂੰ ਕੋਲ ਪੁੱਛਣਾ ਚਾਹੁੰਦਾ ਆ ਕਿ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਆ ਉਹ ਕਿਸਾਨੀ ਦੇ ਆਲੇ ਦੁਆਲੇ ਘੁੰਮ ਜਾਂਦੀ ਆ। ਮੈਂ ਕੁਝ ਇੱਕ ਵੀਡੀਓ ਵੀ ਵੇਖ ਰਿਹਾ ਸੀਗਾ, ਕੁਝ ਇੱਕ ਉਹ ਲੋਕ ਵੀ ਨੇ ਜਿਹੜੇ ਦਿਹਾੜੀਦਾਰ ਨੇ, ਜਿਹੜੇ ਪਿਛਲੇ 2 ਸਾਲਾਂ ਤੋਂ ਕੋਵਿਡ ਕਰਕੇ ਪਹਿਲਾਂ ਫਸੇ ਰਹੇ, ਉਹਨਾਂ ਦੀ ਬਹੁਤ ਮੰਦੀ ਹਾਲਤ ਆ, ਆਰਥਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ। ਆਪਾਂ ਭਾਵੇਂ ਮੰਨਦੇ ਆ ਕਿ ਪੰਜਾਬ ਉੱਦਾਂ ਦਾ ਨਹੀਂ ਆ, ਪਰ ਸਮਾਜਿਕ ਪਾੜਾ ਕਿਤੇ ਨਾ ਕਿਤੇ ਹੈ ਤਾਂ ਹੈ ਨਾ ਜੀ। ਤੇ ਜ਼ਿਮੀਂਦਾਰ ਜਿਹਦੇ ਕੋਲ 2-4-5 ਏਕੜ ਜ਼ਮੀਨ ਹੈ ਉਹਨੂੰ ਵੀ ਥੋੜਾ ਜਿਹਾ ਆਪਣੇ ਸਰਕਾਰ ਵੱਲ ਬਹੁਤਾ ਝਾਕਣ ਦੀ ਬਜਾਏ ਆਪਣਾ ਕੋਸ਼ਿਸ਼ ਕਰਕੇ ਜੀ ਵੇਖਦੇ ਆ। ਕੁਝ ਇੱਕ ਪਿੰਡ ਨੇ ਜਿੱਥੇ ਲੋਕ ਜਿਹੜੀਆਂ ਪੈਰੀਸ਼ੇਬਲ ਚੀਜ਼ਾਂ ਹੁੰਦੀਆਂ, ਸਬਜ਼ੀਆਂ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਕਰਕੇ ਉਹ ਚੰਗਾ ਲਾਹੇਵੰਦਾ ਕੰਮ ਕਰ ਲੈਂਦੇ ਆ। ਜਿਹੜੀ ਮਾਨਸਿਕ ਤੌਰ ਤੇ ਮੈਂ ਬਾਰ-ਬਾਰ ਗੱਲ ਕਰ ਰਿਹਾ ਉਹਦੇ ਚੋਂ ਬਾਹਰ ਨਿਕਲਣ ਦੀ ਲੋੜ ਹੈ। ਤੇ ਜਿਹੜੇ ਦੂਜੇ ਵਰਗ ਨੇ ਜਿਨ੍ਹਾਂ ਕੋਲ ਕੋਈ ਲੈਂਡ ਹੋਲਡਿੰਗ ਨਹੀਂ ਆ, ਜਿਹੜੇ ਸਿਰਫ ਆਪਣਾ ਸਰੀਰ ਆਪਣੀ ਮਿਹਨਤ ਵੇਚ ਕੇ ਗੁਜ਼ਾਰਾ ਕਰਦੇ ਆ, ਉਹ ਤੇ ਬਹੁਤਾ ਸੁਸਾਈਡ ਕਰਦੇ ਨਹੀਂ ਨਜ਼ਰ ਆਉਂਦੇ। ਅੱਜ ਮੈਂ ਇੱਕ ਵੀਡੀਓ ਵੇਖੀ ਬੜੀ ਦਿਲ ਨੂੰ ਹਿਲਾਉਣ ਵਾਲੀ ਸੀ, ਇੱਕ ਬਜ਼ੁਰਗ ਦੀ, ਕਿ ਅਸੀਂ ਕਿਰਤ ਕਰਨ ਵਾਲੇ ਲੋਕ ਆ, ਹੱਥੀਂ ਕਿਰਤ ਕਰਦੇ ਆ ਤੇ ਅਸੀਂ ਤੇ ਕਦੀ ਮਰਨ ਵਾਲੇ ਪਾਸੇ ਗਏ ਨਹੀਂ। ਤੇ ਕਿਸਾਨਾਂ ਨੂੰ ਕੀ ਹੋ ਗਿਆ ਕਿ ਨਿੱਕੀ ਨਿੱਕੀ ਗੱਲ ਤੇ ਮਰ ਗਏ ਜੀ। ਕਹਿੰਦੇ ਫਿਰ ਜੇ ਮਰ ਰਹੇ ਆ ਤੇ ਫਿਰ ਦੂਜੀਆਂ ਥਾਵਾਂ ਤੇ ਕਿਉਂ ਨਹੀਂ ਮਰ ਰਹੇ, ਪੰਜਾਬ 'ਚ ਹੀ ਕਿਉਂ ਹੋ ਰਿਹਾ? ਤੇ ਕੱਲਾ ਪੰਜਾਬ ਦੀ ਸਰਕਾਰ ਵੱਲ ਝਾਕਣ ਤੋਂ ਇਲਾਵਾ ਜਿਹੜੇ ਦੂਜੇ ਵਰਗ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ, ਮੇਰੇ ਖਿਆਲ ਉਹਨਾਂ ਦੀਆਂ ਜ਼ਰੂਰਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿਤੇ ਨਾ ਕਿਤੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਸਮਝਦਾ ਕਿ ਜੇ ਮਨਰੇਗਾ ਜਿਹੜਾ ਹੈ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਗਰੰਟੀ ਐਕਟ ਦੇ ਤਹਿਤ ਜੇ 100 ਦਿਨ ਦਾ ਰੁਜ਼ਗਾਰ ਜਿਹੜਾ ਵੀ ਬੰਦਾ ਮੰਗਦਾ ਹੈ ਉਹਨੂੰ ਦੇ ਦਿੱਤਾ ਜਾਏ ਤੇ ਇਹਦੇ 'ਚ ਸਮਾਲ ਤੇ ਮਾਰਜਿਨ ਫਾਰਮਰ ਨੂੰ ਸ਼ਾਮਲ ਕਰ ਲਿਆ ਜਾਵੇ, ਤਾਂ ਜਿਹੜੇ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ ਉਹ ਵੀ ਤੇ ਛੋਟੇ ਕਿਸਾਨ ਵੀ ਜਿਹੜੇ ਨੇ ਉਹਨਾਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਜਿਹੜੇ ਆਪਣੇ ਰੂਰਲ ਡਿਵੈਲਪਮੈਂਟ ਦੇ ਮੰਤਰੀ ਨੇ ਤੁਹਾਡੇ ਪਿੰਡ ਦੇ ਹੀ ਨੇ, ਜੇ ਉਹ ਇਹ ਗੱਲ ਸੁਣ ਰਹੇ ਹੋਣ ਤੇ ਉਹਨਾਂ ਨੂੰ ਮਨਰੇਗਾ ਦੇ ਵਿੱਚ ਹਰ ਪਿੰਡ ਦੇ ਵਿੱਚ
ਛੋਟਾ ਕਿਸਾਨ ਤੇ ਖੇਤ ਮਜ਼ਦੂਰ ਨੂੰ 100 ਦਿਨ ਦੀ ਦਿਹਾੜੀ ਦਾ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਪੈਸਾ ਜ਼ਿਆਦਾ ਸੈਂਟਰ ਤੋਂ ਆਉਣਾ ਹੈਗਾ ਤੇ ਇਹਨਾਂ ਦਾ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਤੇ ਕਿਸਾਨੀ ਦਾ ਛੋਟੀ ਦਾ ਕਾਫੀ ਮਦਦ ਕਰ ਸਕਦੇ ਨੇ। ਔਰ ਇਹ ਜਿਹੜਾ ਪੈਸਾ ਹੈ ਜਦੋਂ ਖਰਚ ਹੋਏਗਾ ਤੇ ਮੁੜ ਕੇ ਪੰਜਾਬ ਨੂੰ GST ਦੇ ਵਿੱਚ ਕਾਫੀ ਆਮਦਨ ਵੱਧ ਜਾਣੀ ਆ। ਤੋ ਇੱਕ ਐਸਾ ਪ੍ਰੋਗਰਾਮ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ 27-28 ਦਿਨ ਦਿਹਾੜੀ ਮਿਲਦੀ ਹੈ ਜਿਹੜੀ ਮਨਰੇਗਾ ਦੇ ਤਹਿਤ ਹੈ ਸਾਲ 'ਚ। ਜੇ ਅਸੀਂ 100 ਦਿਨ ਤੱਕ ਲੈ ਜਾਈਏ ਤਾਂ ਇਹ ਕਾਫੀ ਰਾਹਤ ਜਿਹੜੀ ਹੈ ਸਾਡੇ ਜਿਹੜੇ ਬੇਜ਼ਮੀਨ ਕਿਸਾਨ ਨੇ ਜਾਂ ਖੇਤ ਮਜ਼ਦੂਰ ਨੇ ਉਹਨਾਂ ਨੂੰ ਮਿਲ ਸਕਦੀ ਹੈ। ਦੂਸਰੀ ਗੱਲ ਹੈ ਕਿ ਜਿਹੜੀ ਪਿੰਡਾਂ ਦੇ ਵਿੱਚ ਜ਼ਮੀਨ ਦੱਬੀ ਹੈ, ਜਿਹੜੀ 20-25% ਜਿਹੜੀ ਪਿੰਡਾਂ ਦੀ ਪੰਚਾਇਤੀ ਜ਼ਮੀਨ ਹੈ ਔਰ ਸੂਖਵੰਦ ਬੰਦਿਆਂ ਨੇ ਦੱਬੀ ਹੋਈ ਹੈ, ਉਹਨਾਂ ਤੋਂ ਜੋ ਮੁਫਤ ਕਰਾ ਕੇ ਉਹਨਾਂ ਨੂੰ 1/3 ਜਿਹੜਾ ਸ਼ੇਅਰ ਹੈ ਉਹ ਜਿਹੜੇ ਲੈਂਡਲੈਸ ਹਰੀਜਨ ਨੇ ਉਹਨਾਂ ਦਾ ਹੱਕ ਬਣਦਾ ਹੈ ਜੋ ਉਹਨਾਂ ਨੂੰ ਦੇਤੀ ਜਾਏ ਤੇ ਓਪਨ ਬੋਲੀ ਜਿਹੜੀ ਹੈ ਉਹਨਾਂ 'ਚ ਸਿਰਫ ਹੋਵੇ, ਨਾ ਕਿ ਡੰਮੀ ਕੈਂਡੀਡੇਟ ਜਿਹੜੇ ਪੁੱਟ ਕਰ ਲੈਣ। ਤੇ ਉਹਨਾਂ ਨੂੰ ਇਸ ਡਿਵੈਲਪਮੈਂਟ ਦੇ ਪ੍ਰੋਸੈਸ 'ਚ ਹਿੱਸੇਦਾਰ ਬਣਾਇਆ ਜਾ ਸਕਦਾ। ਬਹੁਤ ਸਾਰੀਆਂ ਐਸੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਪੰਜਾਬ ਦੇ ਵਿੱਚ ਰੁਜ਼ਗਾਰ ਵਧਾਇਆ ਜਾ ਸਕਦਾ, ਲੋਕਾਂ ਦੀ ਆਮਦਨ ਵਧਾਈ ਜਾ ਸਕਦੀ ਹੈ ਔਰ ਇਹਦੇ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕਦਾ। ਰੂਰਲ ਡਿਵੈਲਪਮੈਂਟ ਵਿੱਚ ਰੂਰਲ ਇੰਡਸਟਰੀਲਾਈਜੇਸ਼ਨ ਕੀਤੀ ਜਾ ਸਕਦੀ ਹੈ, ਐਗਰੋ ਪ੍ਰੋਸੈਸਿੰਗ ਕੀਤੀ ਜਾ ਸਕਦੀ ਹੈ ਤੇ ਇਹਦੇ 'ਚ ਜਿਹੜੀ ਆਤਮ ਹੱਤਿਆਵਾਂ ਨੇ ਕਿਸਾਨਾਂ ਦੀਆਂ, ਖੇਤ ਮਜ਼ਦੂਰਾਂ ਦੀਆਂ, ਉਹ ਬੰਦ ਕੀਤੀਆਂ ਜਾ ਸਕਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਮੈਂ ਇਹ ਬਾਈਟ ਜਿਹੜੀ ਹੈ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਜ਼ਰੂਰ ਭੇਜੂੰਗਾ ਤੇ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨਾਲ ਕਿਸੇ ਦਿਨ ਕਿ ਆਪਾਂ ਉਹਨਾਂ ਦੇ ਇੱਦਾਂ ਟੀਵੀ ਦੇ ਨਾਲ ਲਿਆ ਕੇ ਉਹਨਾਂ ਨੂੰ ਇਹ ਸਾਰੇ ਸੁਜੈਸ਼ਨ ਦਈਏ ਵੀ ਭਾਈ ਤੁਸੀਂ ਆਹ ਕੰਮ ਕਰ ਸਕਦੇ ਹੋ। ਜੇ ਨਹੀਂ ਪਤਾ ਤੇ ਕਿਸੇ ਸਿਆਣੇ ਦੀ ਸਲਾਹ ਲੈ ਲਓ। ਮੈਂ ਹੀ ਮੰਨਦੇ ਆ ਕਿ ਉਹਨਾਂ ਕੋਲ ਤਜਰਬਾ ਨਹੀਂ, ਪਰ ਜੇ ਉਹਨਾਂ ਦੀ ਵਿਲ ਹੈ, ਕਰਨਾ ਚਾਹੁੰਦੇ ਆ ਤੇ ਫਿਰ ਜ਼ਰੂਰ ਇਸ ਪਾਸੇ ਧਿਆਨ ਦੇਣਾ ਉਹਨਾਂ ਦਾ ਬਣਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਸਾਨੂੰ ਕੰਮ ਦੀਆਂ ਗੱਲਾਂ ਦੱਸੀਆਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ। ਹਰਜੀਤ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਸ਼ਾਮਿਲ ਕੀਤਾ ਤਾਂ ਕਿ ਮੈਂ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰ ਸਕਾਂ। ਬਹੁਤ ਸ਼ੁਕਰੀਆ ਜੀ।